ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ ਜੀ ਔਰ ਰਜੀਵ ਭਾਸਕਰ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਧੰਨਵਾਦ ਰੰਧਾਵਾ ਜੀ। ਬੇਸ਼ੱਕ ਪੰਜਾਬ ਦਾ ਪ੍ਰਸ਼ਾਸਨਿਕ ਸੰਕਟ ਡੂੰਘਾ ਹੋ ਗਿਆ, ਪਰ ਇਹਦੇ 'ਚ ਦਿਲਚਸਪੀਆਂ ਵੀ ਬਹੁਤ ਜੁੜ ਗਈਆਂ। ਅੱਜ ਪੰਜਾਬ ਦੇ ਚੀਫ ਸੈਕਟਰੀ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦੇਣਗੇ, ਇਹ ਖਬਰ ਆ ਰਹੀ ਹੈ। ਲੇਕਿਨ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਚੀਫ ਸੈਕਟਰੀ ਕੋਲ ਆਪਣਾ ਪੱਖ ਰੱਖਤਾ, ਇਹ ਵੀ ਖਬਰ ਆ ਰਹੀ, ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੋਈ ਕਿ ਲਿਖਤੀ ਰੱਖਿਆ ਜਾਂ ਜ਼ੁਬਾਨੀ ਰੱਖਿਆ। ਅੱਜ ਪੀਸੀਐਸ ਅਫਸਰ ਕੰਮ ਤੇ ਮੁੜ ਆਉਣਗੇ, ਇਹ ਵੀ ਖਬਰ ਆ ਰਹੀ ਹੈ। ਅੱਜ ਪੀਸੀਐਸ ਅਫਸਰਾਂ ਦੀ ਐਸੋਸੀਏਸ਼ਨ ਮਿਲ ਰਹੀ ਹੈ। ਇੱਕ ਖਬਰ ਆਈਐਸ ਅਫਸਰਾਂ ਦੀ ਐਸੋਸੀਏਸ਼ਨ ਵੱਲੋਂ ਸ਼ਾਮ 5:30 ਵਜੇ ਮੀਟਿੰਗ ਦੀ ਆ ਰਹੀ ਸੀ, ਜਿਹਦੇ ਵਿੱਚ ਇਹ ਜਨਰਲ ਬਾਡੀ ਦੀ ਮੀਟਿੰਗ ਸੱਦੀ ਗਈ ਸੀ, ਜਿਹਦੇ ਵਿੱਚ ਸਾਰੇ ਫੀਲਡ ਦੇ ਆਈਐਸ ਜਿੰਨੇ ਸੀ ਉਹਨਾਂ ਨੂੰ ਵੀ ਸੱਦਿਆ ਗਿਆ ਸੀ। ਪਰ ਸਵੇਰ ਸ਼ੁਰੂ ਹੋਣ ਤੋਂ ਇਹਦੇ ਬਾਰੇ ਅਸਮੰਜਸ ਸ਼ੁਰੂ ਹੋ ਗਿਆ। ਪੀਸੀਐਸ ਅਫਸਰ ਇੱਕ ਅਜੀਬ ਤਰ੍ਹਾਂ ਦੇ ਅਸਮੰਜਸ ਦੇ ਵਿੱਚ ਘਿਰ ਰਿਹਾ। ਇੱਕ ਆਮ ਰਾਏ ਬਣ ਰਹੀ ਹੈ ਕਿ ਲੋਕ ਪਰਸੈਪਸ਼ਨ ਕਰਪਸ਼ਨ ਨਾਲ ਜੁੜੇ ਮਾਮਲਿਆਂ 'ਚ ਅਫਸਰਾਂ ਦੇ ਖਿਲਾਫ ਬਣ ਰਹੀ ਹੈ। ਇਹ ਪੀਸੀਐਸ ਜਿਹੜੇ ਸੰਜੀਦਾ ਨੇ ਔਰ ਓਨੈਸਟ ਨੇ, ਉਹਨਾਂ ਦੇ ਵਿੱਚ ਬਣਨੀ ਸ਼ੁਰੂ ਹੋ ਗਈ। ਔਰ ਉਹਨਾਂ ਦੀ ਐਸੋਸੀਏਸ਼ਨ 'ਚ ਇਹ ਗੱਲ ਪ੍ਰਮੁਖਤਾ ਨਾਲ ਆ ਰਹੀ ਹੈ ਕਿ ਕਿਤੇ ਸਾਨੂੰ ਕੋਈ ਵਰਤ ਤਾਂ ਨਹੀਂ ਰਿਹਾ, ਸਾਨੂੰ ਉੱਪਰਲੀ ਲੌਬੀ ਆਪਣੇ ਮਤਲਬ ਲਈ ਵਰਤ ਤਾਂ ਨਹੀਂ ਰਹੀ। ਡਿਸਕ੍ਰਿਮੀਨੇਸ਼ਨ ਦੀ ਗੱਲ ਆ ਰਹੀ ਹੈ, ਪੱਖਪਾਤ ਦੀ ਗੱਲ ਆ ਰਹੀ ਹੈ ਕਿ ਜਿਹੜੇ ਪੀਸੀਐਸ ਤੋਂ ਪ੍ਰਮੋਟ ਹੋ ਕੇ ਆਈਐਸ ਬਣਦੇ ਆ, ਉਹਨਾਂ ਨੂੰ ਵੀ ਉਨੀ ਤਵੱਜੋ ਨਹੀਂ ਦਿੰਦੀਆਂ ਆਈਐਸ ਅਫਸਰ ਯੂਨੀਅਨਾਂ, ਐਸੋਸੀਏਸ਼ਨਸ। ਔਰ ਖਾਸ ਤੌਰ ਤੇ ਪੋਪਲੀ ਔਰ ਨੀਲਮਾ ਦੇ ਮਾਮਲੇ ਨੂੰ ਦੋ ਵੱਖਰੇ ਤਰੀਕੇ ਨਾਲ ਡੀਲ ਕੀਤਾ ਗਿਆ। ਇਹ ਵੀ ਅਫਸਰਾਂ ਦੇ ਵਿੱਚ ਘੁਸਰ ਮੁਸਰ ਦਾ ਵਿਸ਼ਾ ਹੈ। ਹੁਣ ਇਹਦੇ ਨਾਲ ਵੱਡਾ ਸਵਾਲ ਹੈ ਕਿ ਪੰਜਾਬ ਦੇ ਚੀਫ ਸੈਕਟਰੀ ਜਿਹੜੇ ਵੀਕੇ ਜੰਜੂਆ ਥੋੜੀ ਦੇਰ 'ਚ ਰਿਟਾਇਰ ਹੋਣ ਵਾਲੇ ਆ, ਕੁਝ ਮਹੀਨਿਆਂ 'ਚ, ਕੀ ਉਹ ਜਾਂਦੇ ਸਮੇਂ ਇਤਿਹਾਸ ਬਣਾਉਣਗੇ? ਅਸੀਂ ਦਾਅਵਾ ਨਹੀਂ ਕਰ ਰਹੇ, ਪਰ ਮੁੱਢਲੇ ਤੌਰ ਤੇ ਇੰਜ ਲੱਗ ਰਿਹਾ ਕਿ ਉਹਨਾਂ ਦੀ ਰਿਪੋਰਟ ਦੇ ਵਿੱਚ ਹਾਈ ਕੋਰਟਾਂ ਦੇ, ਸੁਪਰੀਮ ਕੋਰਟਾਂ ਦੇ, ਕੇਂਦਰ ਦੀਆਂ ਚਿੱਠੀਆਂ ਦੇ ਔਰ ਸਾਰੇ ਹਵਾਲੇ ਹੋਣਗੇ। ਔਰ ਮੰਨਿਆ ਜਾ ਰਿਹਾ ਕਿ ਆਈਐਸ ਅਫਸਰਾਂ ਦੀ ਬੇਚੈਨੀ ਇਸ ਕਰਕੇ ਵੀ ਵਧੀ ਹੈ ਕਿ ਚੀਫ ਸੈਕਟਰੀ 17A ਦੇ ਮਾਮਲੇ 'ਚ ਰਿਪੋਰਟ ਕਿਸੇ ਹੋਰ ਤਰੀਕੇ ਨਾਲ ਦੇਣ ਦੀ ਤਿਆਰੀ ਕਰ ਰਿਹਾ। ਇਹ ਸਾਰੇ ਮਾਮਲੇ ਲੈਂਦੇ ਆ। ਬਹੁਤ ਅਹਿਮ ਸਵਾਲ ਹੈ ਕਿ ਐਸਟੈਬਲਿਸ਼ਮੈਂਟ, ਖਾਸ ਤੌਰ ਤੇ ਸੱਤਾ 'ਚ ਪਿਛਲੇ 30-40 ਸਾਲਾਂ ਤੋਂ 2-3-4 ਦਹਾਕਿਆਂ ਤੋਂ ਰਹੇ ਲੋਕਾਂ ਨੂੰ ਕਿਨਾਰੇ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਕੀ ਹੁਣ ਅਫਸਰਸ਼ਾਹੀ ਦੇ ਇਸ ਮਜਾਜ ਦੇ ਵੀ ਖਿਲਾਫ ਹੋ ਰਹੇ ਆ? ਵਿਜੀਲੈਂਸ ਦਫ਼ਤਰ ਦੇ ਬਾਹਰ ਕੱਲ ਇਸ ਤਰ੍ਹਾਂ ਦੇ ਮੁਜ਼ਾਹਰੇ ਹੋ ਰਹੇ ਆ, ਇਹ ਵੀ ਬਹੁਤ ਵੱਡੀ ਗੱਲ ਆ। ਵੈਸੇ ਇਹਦੇ ਨਾਲ ਜੁੜੇ ਕੁਝ ਹੋਰ ਮਾਮਲੇ ਨੇ ਜਿਨ੍ਹਾਂ ਦੀ ਦਿਲਚਸਪੀ, ਜਿਨ੍ਹਾਂ ਦੀ ਬਹੁਤ ਜ਼ਿਆਦਾ ਹੈ। ਮੈਂ ਤੁਹਾਡੇ ਨਾਲ, ਹਾਂ, ਪੀਸੀਐਸ ਅਫਸਰ ਇਹ ਵੀ ਮਹਿਸੂਸ ਕਰਦੇ ਆ ਕਿ ਸਾਡਾ 17A ਦਾ ਮਾਮਲਾ ਬਿਲਕੁਲ ਨਹੀਂ, ਸਾਡਾ ਮਾਮਲਾ ਵਿਜੀਲੈਂਸ ਤੇ ਕਾਰ ਵਿਹਾਰ ਦਾ, ਉਹਨਾਂ ਦੇ ਤਰੀਕਾ ਕਰਦਾ ਹੈ। ਔਰ ਬੀਤੇ ਸਮੇਂ ਦੀਆਂ ਉਦਾਹਰਨਾਂ ਔਰ ਬੀਤੇ ਸਮੇਂ ਦੇ ਅਨੁਭਵ ਵੀ ਮੁੱਖ ਮੰਤਰੀ ਨਾਲ ਸ਼ੇਅਰ ਕੀਤੇ ਗਏ ਆ। ਮੁੱਖ ਮੰਤਰੀ ਦਫ਼ਤਰ ਚੋਂ 2 ਵਾਰੀ ਉਹਨਾਂ ਵੱਲੋਂ ਦਿੱਤੇ ਮੰਗ ਪੱਤਰ, ਉਹਨਾਂ ਵੱਲੋਂ ਦਿੱਤੀਆਂ ਰਿਪਰੈਜ਼ੈਂਟੇਸ਼ਨਸ, ਉਹ ਗੁੰਮ ਕਿੱਦਾਂ ਹੋ ਗਈਆਂ? ਇਹ ਵੀ ਸਵਾਲ ਆ। ਆਪਸ ਵਿੱਚ ਕਈ ਤਰ੍ਹਾਂ ਦੇ ਟਕਰਾਅ ਬਣ ਰਹੇ ਆ। ਕੱਲ ਸਿਮਰਨਜੀਤ ਸਿੰਘ ਮਾਨ ਚੰਡੀਗੜ੍ਹ ਦੇ ਐਨ ਨੇੜੇ ਜਦੋਂ ਮੀਡੀਆ ਨੂੰ ਐਡਰੈਸ ਕਰ ਰਹੇ ਸੀ, ਸੰਬੋਧਿਤ ਹੋ ਰਹੇ ਸੀ, ਉਹਨਾਂ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲਿਆ। ਵੀਰ ਦਵਿੰਦਰ ਸਿੰਘ ਕੱਲ ਜਿਹੜੇ ਸਾਬਕਾ ਡਿਪਟੀ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਉਹ ਵੀ ਬੜੀ ਅਹਿਮ ਗੱਲ ਕਰ ਰਹੇ ਆ। ਉਹ ਵੀ ਜ਼ਿਕਰ ਕਰਦੇ ਆ ਟੋਲ ਪਲਾਜ਼ਿਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਕੋਰਟ ਚਲੇ ਗਈ ਆ। ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਦੀ ਜੇਬ ਤੇ ਫਿਰ ਬੋਝ ਪੈਣ ਵਾਲਾ। ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਗੱਲ ਤੋਰੀਏ, ਪੰਜਾਬ ਦੇ ਵਿੱਚ ਇੱਕ ਅਨਰੈਸਟ ਹੈ ਅਫਸਰਸ਼ਾਹੀ ਦੇ ਵਿੱਚ, ਪ੍ਰਸ਼ਾਸਨ ਇੱਕ ਖੜੋਤ ਹੈ, ਦਫ਼ਤਰ ਰੁਕੇ ਪਏ ਆ, ਸਿਆਸਤ ਸਾਰੀ ਸਿਮਟ ਕੇ ਰਹਿ ਗਈ ਆ ਸੱਤਾ ਦੇ ਗਲਿਆਰਿਆਂ 'ਚ। ਚੰਡੀਗੜ੍ਹ ਦੇ ਵਿੱਚ ਅਫਸਰਾਂ ਦੀ ਲਗਾਤਾਰ ਆਪਸ ਵਿੱਚ ਗੱਲਬਾਤ ਚੱਲ ਰਹੀ ਆ। ਹਾਲਾਂਕਿ ਅਫਸਰ ਸਾਰੇ ਇੱਕੋ ਲਾਈਨ 'ਚ ਖੜੇ ਨਹੀਂ ਕੀਤੇ ਜਾ ਸਕਦੇ, ਬਹੁਤ ਬਿਹਤਰ ਅਫਸਰ ਵੀ ਆ ਔਰ ਇੱਥੇ ਵੀ ਵਰਗ ਵੰਡ ਹੋ ਗਈ ਆ। ਗੱਲ ਕਿੱਦਾਂ ਤੋਰਦੇ ਹੋ ਸਾਰੀ? ਰੰਧਾਵਾ ਜੀ, ਤੁਸੀਂ ਬੜੇ ਵਿਸਤਾਰ ਦੇ ਨਾਲ ਸਾਰਾ ਕੁਝ ਦੱਸਿਆ ਕਿ ਪੰਜਾਬ ਦੀ ਸਿਚੁਏਸ਼ਨ ਜਾਂ ਪੰਜਾਬ ਦੇ ਇਹ ਹਾਲਾਤ ਕਿਉਂ ਬਣ ਗਏ। ਪੰਜਾਬ ਦੇ ਹਾਲਾਤ ਅਕਸਰ ਤੁਸੀਂ ਦੇਖਿਆ ਹੋਣਾ ਕਿ ਇਹ ਐਸੋਸੀਏਸ਼ਨਸ, ਇਹ ਸਾਰੀਆਂ ਹੀ ਜਿਹੜੀਆਂ ਆਰਗੇਨਾਈਜੇਸ਼ਨ ਆ EMPLOYEES ਦੀਆਂ ਜਾਂ ਸੀਨੀਅਰ ਅਫਸਰਾਂ ਦੀਆਂ, ਸਮੇਂ-ਸਮੇਂ ਸਿਰ ਆਪਣਾ ਦਬਾਅ ਪਾਉਂਦੀਆਂ ਰਹਿੰਦੀਆਂ ਸੀ। ਪਰ ਪਹਿਲੀ ਵਾਰੀ ਇਹਨਾਂ ਨੂੰ ਲੱਗ ਰਿਹਾ ਕਿ ਉਸ ਐਂਟੀ ਕਰਪਸ਼ਨ ਕੈਂਪੇਨ ਦਾ ਸੇਕ ਜਾਂ ਹੀਟ ਹੁਣ ਸਾਡੇ ਤੱਕ ਪਹੁੰਚ ਰਹੀ ਆ। ਇਸੇ ਕਰਕੇ ਇਕੱਠੇ ਹੋ ਗਏ। ਪਰ ਰੰਧਾਵਾ ਜੀ, ਬੜੀ ਵਿਡੰਬਨਾ ਇਸ ਗੱਲ ਦੀ। ਤੁਸੀਂ ਦੇਖੋ, ਇਹ ਸਾਰੇ ਅਫਸਰ ਖੜੇ ਕਿਸ ਦੇ ਖਿਲਾਫ ਆ?
ਇਹ ਖੜੇ ਆ ਉਹਨਾਂ ਲੋਕਾਂ ਨੂੰ ਬਚਾਉਣ ਲਈ ਕਿ ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੇ ਕੇਸ ਸ਼ੁਰੂ ਕੀਤੇ ਗਏ ਆ, ਜਿਨ੍ਹਾਂ ਦੇ ਖਿਲਾਫ ਕਰਪਸ਼ਨ ਦੇ ਕੇਸ ਰਜਿਸਟਰ ਕੀਤੇ ਗਏ ਆ। ਇਹ ਤਾਂ ਦੇਖਣ ਆਪਣੇ ਆਪ ਨੂੰ ਕਿੱਥੇ ਖੜਾ ਪਾਉਂਦੇ ਆ। ਦੂਸਰੀ ਗੱਲ ਜਿਹੜੀ ਤੁਸੀਂ ਬਹੁਤ ਅਹਿਮ ਗੱਲ ਕਹੀ ਆ, ਉਹ ਹੈ ਕਿ ਅੱਜ ਪੰਜਾਬ ਦੇ ਚੀਫ ਸੈਕਟਰੀ ਨੇ ਉਸ ਚਿੱਠੀ ਦਾ ਜਵਾਬ ਦੇਣਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਉਦੋਂ ਲਿਖੀ ਸੀ, ਇੱਕ ਨੋਟ ਲਿਖਿਆ ਸੀ 5 ਪੁਆਇੰਟਸ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਚੀਫ ਸੈਕਟਰੀ ਵੀਕੇ ਜੰਜੂਆ ਮੈਨੂੰ ਜਵਾਬ ਦੇਣ 24 ਘੰਟਿਆਂ ਦੇ ਅੰਦਰ ਅੰਦਰ। ਉਹ 24 ਘੰਟੇ ਹੋ ਗਏ ਆ ਰੰਧਾਵਾ ਜੀ, ਔਰ ਅੱਜ ਦੁਪਹਿਰ ਤੱਕ ਉਮੀਦ ਕੀਤੀ ਜਾਂਦੀ ਹੈ ਕਿ ਵੀਕੇ ਜੰਜੂਆ ਇਹ ਸਾਰੇ ਪੱਤਰ ਲਿਖ ਦੇਣ 17A ਦੇ ਮਾਮਲੇ ਦੇ ਵਿੱਚ ਕਿ ਕੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਜਿਹੜੇ ਕਰਪਸ਼ਨ ਦੇ ਕੇਸ ਵਿਜੀਲੈਂਸ ਬਿਊਰੋ ਨੇ ਛੇੜੇ ਆ ਜਾਂ ਉਹਨਾਂ ਨੇ ਸ਼ੁਰੂਆਤ ਕੀਤੀ ਆ, ਉਹਨਾਂ ਦੇ ਵਿੱਚ ਇਸ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਸੀ। ਉਹ ਇਸ ਗੱਲ ਦਾ ਖੁਲਾਸਾ ਕਰਨਗੇ। ਰੰਧਾਵਾ ਜੀ, ਮੈਨੂੰ ਲੱਗਦਾ ਕਿ ਜੇ ਤੁਸੀਂ ਦੇਖੋ ਤਾਂ ਵਿਜੇ ਕੁਮਾਰ ਜੰਜੂਆ ਲਈ ਇੱਕ ਹਿਸਟੋਰਿਕ ਮੂਵਮੈਂਟ ਆ, ਆਪਣੇ ਆਪ ਨੂੰ ਇੱਕ ਹੋਣ ਦੀ ਸਾਰੇ ਉਹਨਾਂ ਨੂੰ ਯਾਦ ਕਰਨਗੇ, ਕਿਉਂਕਿ ਉਹਨਾਂ ਦੇ ਕਾਊਂਟਰ ਪਾਰਟ ਹਰਿਆਣਾ ਦੇ ਵਿੱਚ ਚੀਫ ਸੈਕਟਰੀ ਨੇ ਜਿਨ੍ਹਾਂ ਦਾ ਨਾਮ ਹੈ ਸੰਜੀਵ ਕੌਸ਼ਲ। ਉਹਨਾਂ ਨੇ ਇਸੇ ਤਰ੍ਹਾਂ ਦਾ ਪੱਤਰ 26 ਜੁਲਾਈ ਸਨ 2022 ਨੂੰ ਲਿਖ ਚੁੱਕੇ ਨੇ। ਉਹ ਉੱਥੇ ਵੀ ਇਹ ਮਾਮਲਾ ਆਇਆ ਸੀ, ਉੱਥੇ ਵੀ ਅਫਸਰਾਂ ਨੇ ਇਹ ਮਾਮਲਾ ਚੁੱਕਿਆ ਸੀ, ਪਰ ਹਰਿਆਣਾ ਦੇ ਵਿੱਚ ਬਿਊਰੋਕ੍ਰੇਸੀ ਵੀ ਖਾਸ ਤੌਰ ਤੇ ਜਿਹੜੇ ਚੀਫ ਸੈਕਟਰੀ ਸੀ ਔਰ ਨਾਲ ਦੀ ਨਾਲ ਉਹਨਾਂ ਦੇ ਮੁੱਖ ਮੰਤਰੀ ਬਿਲਕੁਲ ਮਜ਼ਬੂਤੀ ਦੇ ਨਾਲ ਖੜੇ ਹੋ ਗਏ ਕਿ ਨਹੀਂ ਕਰਪਸ਼ਨ ਦੇ ਮਾਮਲੇ 'ਚ। ਹੁਣ ਮੈਂ ਉਸ ਚਿੱਠੀ ਦਾ ਜ਼ਿਕਰ ਕਰੂੰਗਾ। ਦੇਖੋ ਰੰਧਾਵਾ ਜੀ, ਇੱਕ ਤਾਂ ਹਰਿਆਣਾ ਜਿਹੜਾ ਸਰਕਾਰ ਨੇ ਜਦੋਂ ਚੀਫ ਸੈਕਟਰੀ ਨੇ ਚਿੱਠੀ ਲਿਖੀ ਆ, ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ, ਇਸੇ ਤਰ੍ਹਾਂ ਦਿੱਲੀ ਹਾਈ ਕੋਰਟ, ਇਸੇ ਤਰ੍ਹਾਂ ਕੇਰਲ ਹਾਈ ਕੋਰਟ, ਸੁਪਰੀਮ ਕੋਰਟ ਦੀ ਇੱਕ ਜਜਮੈਂਟ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ। ਔਰ ਉਹਨਾਂ ਨੇ ਨਾਲ ਦੀ ਨਾਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਭਾਰਤ ਸਰਕਾਰ ਦੀ ਚਿੱਠੀ ਦੀ ਗੱਲ ਕਰ ਰਹੇ ਸੀ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ SOPs, ਉਸ ਦਾ ਵੀ ਹਵਾਲਾ ਦਿੱਤਾ। ਮੈਂ ਫੇਰ ਇੱਕ ਵਾਰੀ ਦੱਸਦਾ, 26 ਜੁਲਾਈ ਸਨ 2022 ਨੂੰ ਸੰਜੀਵ ਕੌਸ਼ਲ ਚਿੱਠੀ ਲਿਖਦੇ ਆ ਸਾਰੇ ਬਿਊਰੋਕਰੈਟਸ ਨੂੰ ਕਿ ਦੇਖੋ 17A ਦੇ ਵਿੱਚ 2 ਮਾਮਲਿਆਂ ਦੇ ਵਿੱਚ ਬਿਲਕੁਲ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ, ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਆ। ਇੱਕ ਹੈਗੇ ਨੇ ਇਨਡਿਊਬਿਟੇਬਲ, ਇਹ ਅੰਗਰੇਜ਼ੀ ਦਾ ਸ਼ਬਦ ਆ, ਇਹਨੂੰ ਮੈਂ ਸੌਖਾ ਕਰਕੇ ਆਪਣੇ ਦਰਸ਼ਕਾਂ ਲਈ ਦੱਸ ਦਿੰਨਾ ਕਿ ਦਰਅਸਲ ਐਕਸ ਫੈਸਾਈ ਜਾਂ ਐਕਸ ਕਈ ਫੈਸੀ ਵੀ ਕਹਿ ਦਿੰਦੇ ਆ ਕਿ ਜਿਹੜੇ ਮੁੱਢਲੇ ਤੌਰ ਤੇ ਔਨ ਦਾ ਫੇਸ ਆਫ ਇਟ ਲੱਗਦੇ ਹੁਣ ਕਿ ਇਹ ਕਰਪਸ਼ਨ ਦੇ ਕੇਸ ਆ, ਉਹਨਾਂ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ। ਤੇ ਦੂਸਰੇ ਨੰਬਰ ਤੇ ਨੇ ਟ੍ਰੈਪ ਕੇਸਿਸ, ਜਿੱਥੇ ਤੁਹਾਨੂੰ ਲੱਗਦਾ ਕੋਈ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਅਟੈਂਪਟ ਕਰ ਰਿਹਾ ਸੀ, ਪੈਸੇ ਲੈ ਚੁੱਕਾ ਸੀ, ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨਾਂ ਕੇਸਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਆ। 4 ਤਰ੍ਹਾਂ ਦੇ ਉਹਨਾਂ ਨੇ ਇਹਦੇ ਵਿੱਚ ਡਿਫਾਈਨ ਵੀ ਕਰਤਾ। ਚੀਫ ਸੈਕਟਰੀ ਹਰਿਆਣਾ ਦੇ ਸੰਜੀਵ ਕੌਸ਼ਲ ਨੇ, ਉਹਨਾਂ ਨੇ ਕਿਹਾ ਪਹਿਲੇ ਨੰਬਰ ਤੇ ਫੋਰਜਰੀ, IPC ਦੀ ਧਾਰਾ ਇੰਡੀਅਨ ਪੀਨਲ ਕੋਡ ਦੀ 465, ਜੇ ਇਸ ਦੇ ਅਧੀਨ ਕੋਈ ਕੇਸ ਆਏਗਾ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ। ਦੂਸਰੇ ਨੰਬਰ ਤੇ ਚੀਟਿੰਗ, 420 IPC ਦੀ ਧਾਰਾ, ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ। ਤੀਸਰੇ ਨੰਬਰ ਤੇ ਮਿਸ ਅਪਰੋਪਰੀਏਸ਼ਨ ਆਫ ਫੰਡਸ, ਜੇ ਤੁਹਾਨੂੰ ਲੱਗਦਾ ਕੋਈ ਗਬਨ ਆ ਪੈਸਿਆਂ ਦਾ ਕਿਸੇ ਤਰ੍ਹਾਂ ਦਾ, ਤੁਸੀਂ 403 ਧਾਰਾ 403 ਦੇ ਅਧੀਨ ਉਹਨੂੰ ਡੀਲ ਕਰ ਰਹੇ ਆ, ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ। ਇਸੇ ਤਰ੍ਹਾਂ ਫਰਾਡ ਹੋਇਆ 421 IPC ਦੀ ਧਾਰਾ ਦੇ ਅਧੀਨ, ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਟ੍ਰੈਪ ਕੇਸਿਸ ਦੇ ਵਿੱਚ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ। ਤੇ ਜੇ ਰੰਧਾਵਾ ਜੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਕੇਸ ਦੇਖੋ ਜਿਨ੍ਹਾਂ ਉੱਤੇ IS ਆਫੀਸਰ PCS ਆਫੀਸਰਸ ਰੌਲਾ ਪਾ ਰਹੇ ਨੇ, ਉਹ ਲਗਭਗ ਇਸੇ ਤਰ੍ਹਾਂ ਦੇ ਤਾਂ ਕੇਸ ਆ। ਕਿਸੇ ਦੇ ਵਿੱਚ ਫਾਈਲ ਗਾਇਬ ਆ, ਕਿਸੇ ਦੇ ਵਿੱਚ ਫਾਈਲਾਂ ਦੇ ਪੇਜ ਹੀ ਪਾੜ ਦਿੱਤੇ ਗਏ ਆ, ਕਿਸੇ ਦੇ ਵਿੱਚ ਨੋਟਿੰਗਸ ਦਿੱਤੀਆਂ ਗਈਆਂ। ਮੁੱਢਲੇ ਤੌਰ ਤੇ ਉਹ ਇੱਕ ਕਰਪਸ਼ਨ ਪ੍ਰੈਕਟਿਸ ਲੱਗ ਰਹੀ ਹੈ ਰੰਧਾਵਾ ਜੀ। ਦੂਸਰੀ ਗੱਲ, ਉਹਨਾਂ ਨੇ ਇਸੇ ਚਿੱਠੀ ਦੇ ਵਿੱਚ ਸੰਜੀਵ ਕੌਸ਼ਲ ਨੇ, ਚੀਫ ਸੈਕਟਰੀ ਨੇ, ਉਹਨਾਂ ਨੇ ਹਵਾਲਾ ਦਿੱਤਾ ਸੁਪਰੀਮ ਕੋਰਟ ਦੀ 14 ਨਵੰਬਰ ਸਨ 2019 ਦੀ ਉਸ ਜਜਮੈਂਟ ਦਾ, ਜਿਸ ਵਿੱਚ ਜਸਟਿਸ KM ਜੋਸੈਫ ਉਹਨਾਂ ਨੇ ਕਲੀਅਰਲੀ ਇਹ ਗੱਲ ਕਹੀ ਆ ਕਿ 17A ਨੂੰ ਤੁਸੀਂ ਸ਼ੀਲਡ ਨਹੀਂ ਬਣਾ ਸਕਦੇ, ਆਪਣੀ ਢਾਲ ਨਹੀਂ ਬਣਾ ਸਕਦੇ, ਪ੍ਰੋਟੈਕਸ਼ਨ ਨਹੀਂ ਬਣਾ ਸਕਦੇ, ਤੁਸੀਂ ਕਰਪਸ਼ਨ ਕਰੀ ਜਾਓ। ਰੰਧਾਵਾ ਜੀ, ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਸਾਬਕਾ ਡਿਪਟੀ ਆਪਣੇ ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਰਹੇ ਨੇ ਬੀਰ ਦਵਿੰਦਰ ਸਿੰਘ ਜੀ ਹੁਣਾਂ ਦਾ। ਬੀਰ ਦਵਿੰਦਰ ਸਿੰਘ ਹੁਣਾਂ ਨੇ ਕਲੀਅਰਲੀ ਕਿਹਾ, ਕਿਉਂਕਿ ਕਾਨੂੰਨ ਬਾਰੇ ਉਹਨਾਂ ਨੂੰ ਬਹੁਤ ਗਿਆਨ ਆ, ਬਹੁਤ ਪਤਾ, ਉਹਨਾਂ ਨੇ ਇਹ ਕਿਹਾ ਕਿ ਪਹਿਲੀ ਗੱਲ ਤਾਂ ਇਸ ਟਾਈਮ ਸਰਕਾਰ ਨੂੰ ਇਹਨਾਂ ਦੇ ਅੱਗੇ ਝੁਕਣਾ ਨਹੀਂ ਚਾਹੀਦਾ।
ਔਰ ਪੂਰੀ ਤਰ੍ਹਾਂ ਸਟੈਂਡ ਕਰਨਾ ਚਾਹੀਦਾ, ਤੇ ਜਾਂ ਫਿਰ ਏਦਾਂ ਕਰੋ ਕਿ ਵਿਜੀਲੈਂਸ ਬਿਊਰੋ ਦਾ ਮੈਂਡੇਟ ਜਾਂ ਜਿਹੜਾ ਇਹਨਾਂ ਦਾ ਮੈਨੂਅਲ ਆ ਉਹੀ ਖਤਮ ਕਰ ਦਿਓ। ਇਹਨਾਂ ਨੂੰ ਸਿੱਧੀ ਇਜਾਜ਼ਤ ਦੇ ਦਿਓ ਕਿ ਇਹ ਖੁੱਲ ਕੇ ਕਰਪਸ਼ਨ ਕਰਨ, ਲੋਕਾਂ ਨੂੰ ਲੁੱਟਣ, ਦਫ਼ਤਰ ਦੇ ਵਿੱਚ ਆਏ ਲੋਕਾਂ ਨੂੰ ਜਿੰਨੇ ਮਰਜ਼ੀ ਪੈਸੇ ਲੈ ਲੈਣ। ਇਹ ਤਾਂ ਇਹ ਮਤਲਬ ਹੋ ਗਿਆ ਨਾ ਰੰਧਾਵਾ ਜੀ। ਸੋ ਇਸ ਕਰਕੇ ਰੰਧਾਵਾ ਜੀ, ਜਦੋਂ ਇਹ ਵੀ ਗੱਲ ਕਰ, ਕੱਲ ਮੈਂ ਹਰਪਾਲ ਸਿੰਘ ਚੀਮਾ ਦੀ ਵੀ ਸਟੇਟਮੈਂਟ ਸੁਣ ਰਿਹਾ ਸੀ, ਉਹ ਕਹਿੰਦੇ ਠੀਕ ਆ, ਕਿਸੇ ਵੀ ਇਮਾਨਦਾਰ ਕਿਸੇ ਅਫਸਰ ਨੂੰ ਡਰਨ ਦੀ ਲੋੜ ਨਹੀਂ ਆ, ਪਰ ਜੇ ਤੁਸੀਂ ਸੋਚੋ ਕਿ ਤੁਸੀਂ ਸਰਕਾਰ ਨੂੰ ਡਰਾ ਕੇ ਜਾਂ ਇਸ ਦੀ ਆੜ ਦੇ ਵਿੱਚ ਕਰਪਸ਼ਨ ਕਰੋਗੇ ਤਾਂ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਰੰਧਾਵਾ ਜੀ, ਕੋਈ ਸਰਕਾਰ ਕਰ ਸਕਦੀ ਹੈ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਜਿਸ ਤਰ੍ਹਾਂ ਇਹ ਅੱਗੇ ਨਿਕਲ ਕੇ ਆ ਗਏ ਆ? ਸੋ ਇਹ ਗੱਲ ਬਹੁਤ ਜ਼ਰੂਰੀ ਆ। ਹੁਣ ਇਹਦੇ ਨਾਲ ਹੀ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਜਾਂ ਤੁਸੀਂ ਇਸ ਨੂੰ ਅੱਗੇ ਵੀ ਵਧਾ ਸਕਦੇ ਹੋ, ਨਰਿੰਦਰ ਸਿੰਘ ਧਾਲੀਵਾਲ ਜੀ। ਆਪਾਂ ਭਾਸਕਰ ਸਾਹਿਬ ਨੂੰ ਸ਼ਾਮਲ ਕਰ ਲਈਏ, ਅੱਗੇ ਵਧਾਉਂਦੇ ਆ ਗੱਲ, ਤੁਸੀਂ ਇੱਥੋਂ ਹੀ ਸ਼ੁਰੂ ਕਰਿਓ। ਵੈਸੇ ਮਨਪ੍ਰੀਤ ਜੀ, ਅਸੀਂ ਸਾਰਿਆਂ ਨੂੰ ਇੱਕ ਰੱਸੇ ਨਾਲ ਨਹੀਂ ਬੰਨ ਸਕਦੇ, ਅਸੀਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਸਕਦੇ, ਅਸੀਂ ਸਾਰਿਆਂ ਨੂੰ ਕਹਿ ਵੀ ਨਹੀਂ ਰਹੇ। ਔਰ ਬਹੁਤ ਸਾਰੇ ਐਸੇ ਅਫਸਰ ਆ ਜਿਨ੍ਹਾਂ ਨੇ ਇਤਿਹਾਸ ਵੀ ਸਿਰਜਿਆ ਪੰਜਾਬ ਦੇ ਵਿੱਚ। ਹੁਣ ਵੀ ਬਿਊਰੋਕ੍ਰੇਸੀ 'ਚ ਇਹੋ ਜਿਹੇ ਬਹੁਤ ਸਾਰੇ ਲੋਕ ਬੈਠੇ ਆ ਜਿਹੜੇ ਦਿਆਨਤਦਾਰੀ ਨਾਲ ਕੰਮ ਕਰਦੇ ਆ, ਜਿਹੜੇ ਮਾਨਵੀ ਸਰੋਕਾਰਾਂ ਨੂੰ ਵੀ ਅੱਖੋਂ ਓਲੇ ਨਹੀਂ ਕਰਦੇ, ਜਿਹੜੇ ਜਿਹੜੀ ਵੀ ਸਰਕਾਰ ਆਉਂਦੇ ਆ ਉਹਦੇ ਨਾਲ ਓਨੈਸਟ ਵੀ ਰਹਿੰਦੇ ਆ, ਆਪਣੇ ਕੰਮ ਪ੍ਰਤੀ ਬਹੁਤ ਨਿਸ਼ਚਾ ਨਾਲ ਲੱਗੇ ਰਹਿੰਦੇ ਆ। ਅਸੀਂ ਉਹਨਾਂ ਸਾਰਿਆਂ ਨੂੰ ਸਲੂਟ ਵੀ ਕਰਦੇ ਆ, ਉਹ ਸਾਰੇ। ਲੇਕਿਨ ਤੁਸੀਂ ਇੱਕ ਮਾਪਦੰਡ, ਇੱਕ ਪੈਮਾਨਾ ਵੀ ਤਾਂ ਰੱਖਣਾ ਹੁੰਦਾ ਹੈ ਕਿ ਜਦੋਂ ਐਥੀਕਲੀ ਕੁਝ ਗਲਤ ਹੋ ਰਿਹਾ ਜਾਂ ਗਲਤ ਵਰਗਾ ਹੋ ਰਿਹਾ, ਉਹਦੀ ਜਾਂਚ ਵਿੱਚ ਅੜਿੱਕਾ ਕਿਵੇਂ ਪਾ ਸਕਦੇ ਹੋ? ਤੁਸੀਂ ਜਾਂਚ ਹੋਣ ਤੱਕ ਤੁਸੀਂ ਵੇਟ ਕਿਉਂ ਨਹੀਂ ਕਰ ਸਕਦੇ? ਤੁਸੀਂ ਕਾਨੂੰਨੀ ਜਿੰਨੇ ਵੀ ਤੁਹਾਡੇ ਰਾਹ ਰਸਤੇ ਇਖਤਿਆਰ ਕਿਉਂ ਨਹੀਂ ਕਰਦੇ? ਤੁਹਾਡੀਆਂ ਐਸੋਸੀਏਸ਼ਨਸ ਨੇ, ਤੁਸੀਂ ਉਹਨਾਂ ਦੇ ਰਾਹੀਂ ਜਿਸ ਦੀ ਵੀ ਜਿੰਨੀ ਮਦਦ ਕਰਨੀ। ਫਿਰ ਪੱਖਪਾਤ ਵੀ ਕਿਉਂ? ਸੰਜੇ ਪੋਪਲੀ ਦੇ ਮਾਮਲੇ 'ਚ ਇੰਨਾ ਰੌਲਾ ਕਿਉਂ ਨਹੀਂ ਪਿਆ? ਇਹ ਸਾਰੇ ਸਵਾਲ ਵੀ ਖੜੇ ਹੋ ਜਾਂਦੇ ਆ। ਭਾਸਕਰ ਸਾਹਿਬ, ਦਰਅਸਲ ਅੱਜ ਦੇ ਦਿਨ ਦੇ ਵਿੱਚ ਮੁੱਢਲੇ ਤੌਰ ਤੇ ਇੰਜ ਲੱਗਦਾ ਸੀ ਸਰਕਾਰ ਖੜੋਤ ਵਿੱਚ ਆ। ਮੈਨੂੰ ਲੱਗਦਾ ਸਰਕਾਰ ਨੂੰ ਜਿਸ ਤਰ੍ਹਾਂ ਦਾ ਲੋਕ ਸਮਰਥਨ ਮਿਲ ਰਿਹਾ, ਜਿਸ ਤਰੀਕੇ ਨਾਲ ਲੋਕ ਹੁੱਬ ਕੇ ਕਹਿ ਰਹੇ ਆ ਕਿ ਕਰ ਦਿਓ ਆਰ ਪਾਰ, ਪਿੱਛੇ ਨਾ ਹਟਿਓ, ਫੈਸਲਾ ਕਰ ਦਿਓ, ਕਰਪਸ਼ਨ ਦੇ ਖਿਲਾਫ ਵਿਲ ਦਿਖਾਓ, ਇੱਛਾ ਸ਼ਕਤੀ ਦਿਖਾਓ, ਮੈਨੂੰ ਲੱਗਦਾ ਬੈਠੇ ਬਿਠਾਇਆ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਲੋਕ ਸਮਰਥਨ ਮਿਲਦਾ ਦਿਸ ਰਿਹਾ। ਜੇ ਹੁਣ ਉਹੀ ਕੋਈ ਉਲਟ ਸਿੱਧਾ ਫੈਸਲਾ ਲੈ ਲੈਣ, ਅਲੱਗ ਗੱਲ ਹੈ। ਦੂਜੀ ਗੱਲ, ਜਿਹੜੀ ਪੀਸੀਐਸ ਅਫਸਰਸ ਨੇ ਜਿਹੜੇ ਇਹ ਮਹਿਸੂਸ ਕਰ ਰਿਹਾ ਕਿ ਕਿਤੇ ਸਾਡੀ ਵਰਤੋਂ ਤਾਂ ਨਹੀਂ ਹੋ ਰਹੀ, ਕਿਤੇ 17A ਦੀ ਆੜ ਦੇ ਵਿੱਚ ਸਾਡੀ ਇਮੇਜ ਦਾ ਤੇ ਨਹੀਂ ਲੱਗ ਗਈ, ਅਸੀਂ ਕਰਪਸ਼ਨ ਦੀ ਸਪੋਰਟ ਕਰਦੇ ਤੇ ਨਹੀਂ ਲੱਗ ਰਹੇ। ਇਹ ਇੱਕ ਪਰਸੈਪਸ਼ਨ ਐਸੋਸੀਏਸ਼ਨ ਦੇ ਅੰਦਰ ਔਰ ਪੀਸੀਐਸ ਅਫਸਰਾਂ ਦੇ ਵਿੱਚ ਪਾਈ ਜਾ ਰਹੀ। ਮੇਰੀ ਦਰਜਨਾਂ ਦੀ ਤਾਦਾਦ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੁੰਦੀ ਆ, ਦਰਜਨਾਂ ਲੋਕਾਂ ਨਾਲ ਗੱਲਬਾਤ ਹੋਈ ਆ। ਸ਼ਾਇਦ ਅੱਜ ਉਹਨਾਂ ਦੀ ਐਸੋਸੀਏਸ਼ਨ ਪਛਾਣ ਦਾ ਫੈਸਲਾ ਵੀ ਲੈ ਲੇ। ਉਹਨਾਂ ਦੇ ਗਿਲੇ ਮੁੱਖ ਮੰਤਰੀ ਦਫ਼ਤਰ ਨਾਲ ਨੇ, ਈਵਨ ਪ੍ਰਿੰਸੀਪਲ ਸੈਕਟਰੀ ਨਾਲ ਨੇ। ਉਹਨਾਂ ਦੇ ਗਿਲੇ ਨੇ ਕਿ ਸਾਡੀਆਂ ਚਿੱਠੀਆਂ ਤੱਕ ਜਿਹੜੀਆਂ ਅਸੀਂ ਦੇ ਕੇ ਆਏ ਵੱਖ-ਵੱਖ ਸਮਿਆਂ ਤੇ ਪ੍ਰਮੋਸ਼ਨਸ ਨੂੰ ਲੈ ਕੇ, ਬਾਕੀ ਮਾਮਲਿਆਂ ਨੂੰ ਲੈ ਕੇ, ਉਹਨਾਂ ਨੂੰ ਸਾਂਭਿਆ ਤੱਕ ਨਹੀਂ ਗਿਆ, ਉਹ ਗਵਾਚ ਗਈਆਂ ਨੇ, ਉਹ ਟਰੇਸ ਨਹੀਂ ਹੋਈਆਂ। ਔਰ ਇਹ ਸਾਰੇ ਮਾਮਲੇ ਹੋ ਸਕਦਾ ਹੈ ਕਿ ਅੱਜ ਦੁਪਹਿਰ ਤੱਕ ਉਹ ਕੋਈ ਫੈਸਲਾ ਵਾਪਸ ਕੰਮ ਤੇ ਮੁੜਨ ਦਾ ਲੈ ਲੈਣ, ਪਰ ਜਿਹੜੇ ਪੱਖਪਾਤ ਦੇ ਸੰਜੇ ਪੋਪਲੀ ਔਰ ਨੀਲਮਾ ਨੂੰ ਵਖਰਾ ਕੇ ਵੇਖਿਆ ਜਾ ਰਿਹਾ, ਇਹ ਵੀ ਵੱਡਾ ਮੁੱਦਾ ਬਣਦਾ ਜਾ ਰਿਹਾ। ਭਾਸਕਰ ਸਾਹਿਬ, ਰੰਧਾਵਾ ਜੀ, ਅਗਰ ਇਸ ਇਸ਼ੂ ਨੂੰ ਸਾਰੇ ਐਂਗਲਾਂ ਤੋਂ ਦੇਖਣ ਦੀ ਕੋਸ਼ਿਸ਼ ਕਰੀਏ, ਖਾਸ ਕਰਕੇ ਸਰਕਾਰ ਦੇ ਐਂਗਲ ਤੋਂ, ਤੇ ਸਰਕਾਰ ਇਸ ਟਾਈਮ ਡੂ ਔਰ ਡਾਈ ਯਾਨੀ ਕਰਪਸ਼ਨ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਸੀ, ਜੇ ਇਸ ਮੁੱਦੇ ਦੇ ਉੱਤੇ ਸਰਕਾਰ ਝੁਕਦੀ ਨਜ਼ਰ ਆਉਂਦੀ ਹੈ ਤੇ ਸਰਕਾਰ ਅੱਗੇ ਚੱਲ ਕੇ ਕਰਪਸ਼ਨ ਦੇ ਨਾਂ ਤੇ ਕਿਸੇ ਵੀ ਤਰੀਕੇ ਦਾ ਸਮਰਥਨ ਲੋਕਾਂ ਤੋਂ ਲੈਣ ਦੇ ਵਿੱਚ ਨਾਕਾਮਯਾਬ ਰਹੇਗੀ। ਹੁਣ ਗੱਲ ਲੋਕਾਂ ਦੀ ਕਰੀਏ, ਲੋਕ ਕਹਿੰਦੇ ਨੇ ਕਿ ਵੀ ਇਹ ਜਿੰਨੇ ਵੀ ਕਰਪਟ ਲੋਕ ਨੇ, ਹਾਲਾਂਕਿ ਤੁਸੀਂ ਬਿਲਕੁਲ ਠੀਕ ਕਿਹਾ, ਸਾਰੇ ਆਈਏਐਸ ਆਫੀਸਰ, ਸਾਰੇ ਪੀਸੀਐਸ ਆਫੀਸਰ ਕਰਪਟ ਨਹੀਂ ਹੈ, ਇਹਨਾਂ ਵਿੱਚੋਂ ਕੁਝ ਕਾਲੀਆਂ ਭੇਡਾਂ ਹੈਗੀਆਂ ਜੋ ਕਰਪਟ ਹੈਗੀਆਂ। ਹੁਣ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਦੇ ਮੁੱਦੇ ਦੇ ਉੱਤੇ ਪੀਸੀਐਸ ਐਸੋਸੀਏਸ਼ਨ ਦੇ ਵਿੱਚ ਵੀ ਇੱਕ ਬਿਖਰਾਵ, ਇੱਕ ਸਪਲਿਟ ਦੇਖਿਆ ਗਿਆ, ਕਿਉਂਕਿ ਬਹੁਤ ਸਾਰੇ ਪੀਸੀਐਸ ਆਫੀਸਰ ਦੇ ਨਾਲ ਮੇਰੀ ਵੀ ਗੱਲ ਹੋਈ ਹੈ। ਉਹ ਵੀ ਚਾਹੁੰਦੇ ਨੇ ਕਿ ਇਸ ਮੁੱਦੇ ਤੇ ਜਿਸ ਤਰੀਕੇ ਨਾਲ ਉਹ ਅੱਗੇ ਵਧ ਰਹੇ ਨੇ ਕਿਤੇ ਨੁਕਸਾਨ ਨਾ ਹੋਏ। ਨੁਕਸਾਨ ਇਸ ਕਰਕੇ ਕਿਉਂਕਿ ਕੋਈ ਵੀ ਆਫੀਸਰ ਇਹ ਨਹੀਂ ਚਾਹੁੰਦਾ ਕਿ ਇੱਕ ਵਿਅਕਤੀ ਦੀ ਗਲਤੀ ਕਰਕੇ, ਇੱਕ ਵਿਅਕਤੀ ਦੀ ਕਰਪਸ਼ਨ ਕਰਕੇ ਪੂਰਾ ਇੱਕ ਐਸੋਸੀਏਸ਼ਨ ਕਹਿ ਲਓ ਜਾਂ ਪੂਰਾ ਪੀਸੀਐਸ ਆਫੀਸਰ ਦੀ ਕੈਡਰ ਕਹਿ ਲਓ, ਉਹ ਬਦਨਾਮ ਹੋ ਜਾਏ। ਔਰ ਜਿੱਥੇ ਤੱਕ ਆਈਏਐਸ ਆਫੀਸਰ ਔਰ ਪੀਸੀਐਸ ਆਫੀਸਰ ਦੀ ਗੱਲ ਹੈਗੀ ਹੈ, ਉਹਦੇ ਵਿਤਕਰੇ, ਡਿਸਕ੍ਰਿਮੀਨੇਸ਼ਨ। ਭਾਸਕਰ ਸਾਹਿਬ, ਹਾਂ, ਤੁਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ, ਪੱਖਪਾਤ ਦੀ ਜ਼ਰੂਰ ਕਰਿਓ। ਮੈਂ ਇੱਕ ਗੱਲ ਸ਼ਾਮਲ ਕਰਦੇ ਹਾਂ ਕਿ ਬੀਤੇ ਦਿਨ ਨਰਿੰਦਰ ਸਿੰਘ ਧਾਲੀਵਾਲ ਨੂੰ ਪਬਲਿਕ ਪ੍ਰੋਸੀਕਿਊਟਰ, ਸਰਕਾਰੀ ਵਕੀਲ ਨੇ ਇਹ ਕਹਿ ਕੇ ਕਿ ਸਾਨੂੰ ਹੁਣ ਇਹਦੀ ਰਿਮਾਂਡ ਦੀ ਲੋੜ ਨਹੀਂ,
ਸਰਕਾਰ ਦੇ ਅਧਿਕਾਰੀਆਂ ਨਾਲ ਚੱਲ ਰਹੀ ਪੀਸੀਐਸ ਅਫੀਸਰਸ ਐਸੋਸੀਏਸ਼ਨ ਦੀ ਗੱਲਬਾਤ ਤੇ ਮੋਹਰ ਲੱਗ ਗਈ। ਬੁਨਿਆਦੀ ਤੌਰ ਤੇ ਨੁਕਤਾ ਇਹ ਸੀ ਕਿ ਧਾਲੀਵਾਲ ਨੂੰ ਫੜਨ ਵੇਲੇ ਤਰੀਕਾ ਕੀ ਅਪਣਾਇਆ ਗਿਆ। ਵਿਜੀਲੈਂਸ ਤੇ ਬੀਤੇ ਸਮੇਂ ਦੇ ਤੌਰ ਤਰੀਕਿਆਂ ਨੂੰ ਲੈ ਕੇ ਮਤਭੇਦ ਹੈਗੇ ਆ, 17A ਨੂੰ ਲੈ ਕੇ ਕੋਈ ਨਹੀਂ। ਮੁੱਢਲੇ ਦੌਰ ਦੀ ਸਹਿਮਤੀ ਦੇ ਵਿੱਚ ਕਿ ਤੁਸੀਂ ਧਾਲੀਵਾਲ ਦੀ ਜ਼ਮਾਨਤ ਲਈ ਐਫਰਟਸ ਲਾਓ, ਔਰ ਇਹ ਮਨਪ੍ਰੀਤ ਜੀ ਦੱਸਣਗੇ ਆਖਰ ਅਦਾਲਤਾਂ ਦੇ ਵਿੱਚ ਆਮ ਤੌਰ ਤੇ ਇਹ ਪਿੰਡਾਂ 'ਚ ਹੁੰਦਾ ਵੀ ਫਲਾਣਾ ਗਿਆ ਉਹਦੇ ਮਗਰ 100 ਬੰਦਾ ਜਾਂ 10 ਬੰਦੇ ਜਾਂ 20 ਬੰਦੇ ਗਏ। ਕੱਲ ਪੀਸੀਐਸ ਵਾਲੇ ਵੀ ਉਹਨਾਂ ਦੇ ਮਗਰ ਗਏ ਅਦਾਲਤ ਵਿੱਚ। ਮੈਂ ਭਾਸਕਰ ਸਾਹਿਬ ਡਿਸਕ੍ਰਿਮੀਨੇਸ਼ਨ ਦੀ ਗੱਲ ਤੋਂ ਹੀ ਅੱਗੇ ਵਧਾਉਂਗਾ ਜੀ। ਨਹੀਂ, ਬਿਲਕੁਲ ਠੀਕ ਕਹਿ ਰਹੇ ਹੋ। 2022 ਪੀਸੀਐਸ ਆਫੀਸਰ ਜਦ ਧਾਲੀਵਾਲ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਉੱਥੇ ਬਕਾਇਦਾ ਬੈਜ ਲਾ ਕੇ ਆਪਣੀ ਐਸੋਸੀਏਸ਼ਨ ਦਾ ਉੱਥੇ ਪਹੁੰਚੇ ਹੋਏ ਸੀ। ਮੈਨੂੰ ਇਹ ਲੱਗਦਾ ਹੈ ਕਿ ਪੀਸੀਐਸ ਅਫਸਰਾਂ ਨੂੰ ਇੱਕ ਅਦਾਲਤ ਦੇ ਵਿੱਚ ਇਸ ਤਰੀਕੇ ਨਾਲ ਜਾਣਾ ਪਏ, ਇਹ ਵੀ ਇੱਕ ਬੜੀ ਅਜੀਬ ਜੀ ਗੱਲ ਸੀਗੀ। ਜਿੱਥੇ ਤੱਕ ਡਿਸਕ੍ਰਿਮੀਨੇਸ਼ਨ ਦੀ ਗੱਲ ਹੈਗੀ ਹੈ, ਆਈਏਐਸ ਆਫੀਸਰਸ ਐਸੋਸੀਏਸ਼ਨ, ਉੱਥੇ ਇੱਕ ਗੱਲ ਬੜੀ ਜ਼ੋਰ ਪਕੜੀ ਸੀ ਕੱਲ ਕਿ ਪੀਸੀਐਸ ਤੋਂ ਜਿਹੜੇ ਪ੍ਰਮੋਟ ਹੋਏ ਨੇ ਆਈਏਐਸ ਆਫੀਸਰ, ਉਹਨਾਂ ਦੇ ਨਾਲ ਐਸੋਸੀਏਸ਼ਨ ਵਿਤਕਰੇ ਕਰਦੀ ਹੈ। ਰਾਕੇਸ਼ ਪੋਪਲੀ ਦੀ ਸੰਜੇ ਪੋਪਲੀ ਦੀ ਗੱਲ ਹੋਈ, ਔਰ ਉਹਦੇ ਵਿੱਚ ਜਿਸ ਤਰੀਕੇ ਨਾਲ ਉਹਦੀ ਅਰੈਸਟ ਤੋਂ ਬਾਅਦ ਇਹ 17A ਵਾਲਾ ਮੁੱਦਾ ਜਾਂ ਹੋਰ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ, ਔਰ ਨੀਲਿਮਾ ਉਹਨਾਂ ਦੇ ਮੁੱਦੇ ਦੇ ਉੱਤੇ 17A ਦਾ ਜ਼ਿਕਰ ਕਰਕੇ ਇੱਕ ਤਰੀਕੇ ਨਾਲ ਸਰਕਾਰ ਦੇ ਨਾਲ ਟਕਰਾਵ ਦੀ ਸਥਿਤੀ ਦੇ ਵਿੱਚ ਆ ਗਈ ਹੈ। ਹੁਣ ਇਹਦੇ ਵਿੱਚ ਕੁਝ ਅਫਸਰ ਇਹ ਵੀ ਕਹਿੰਦੇ ਹੋਏ ਸੁਣੇ ਗਏ, ਕਿਉਂਕਿ ਜਿਹੜਾ ਜਿਸ ਕੇਸ ਦੇ ਵਿੱਚ ਨੀਲਿਮਾ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ, ਉਸ ਕੇਸ ਦੇ ਵਿੱਚ ਬਹੁਤ ਸਾਰੇ ਆਈਏਐਸ ਆਫੀਸਰਸ ਨੇ ਪਲਾਟ ਵੀ ਲਿੱਤੇ ਨੇ, ਔਰ ਉਹਨਾਂ ਦੇ ਵੀ ਨਾਂ ਉਸ ਐਸੋਸੀਏਸ਼ਨ ਦੇ ਮੈਂਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਕਿ ਅੱਗੇ ਚੱਲ ਕੇ ਜਦ ਉਹ ਨਾਂ ਰਿਵੀਲ ਹੋਏ ਕਿ ਕਿਹਨਾਂ ਨੇ ਗੁਲਮੋਹਰ ਜਿਹੜੀ ਕਲੋਨੀ ਹੈਗੀ ਹੈ ਉਹਦੇ ਵਿੱਚ ਪਲਾਟ ਲਿੱਤੇ ਨੇ। ਮੈਨੂੰ ਇਹ ਲੱਗਦਾ ਹੈ ਕਿ ਆਈਏਐਸ ਆਫੀਸਰਸ ਵੀ ਹੁਣ ਡਬਲ ਮਾਈਂਡਡ ਹੈ। ਤਾਂ ਹੀ ਕਰਕੇ ਅੱਜ ਦੀ ਜਿਹੜੀ ਮੀਟਿੰਗ ਬੁਲਾਈ ਸੀ, ਉਸ ਮੀਟਿੰਗ ਦੇ ਵਿੱਚ ਇਸ ਤਰੀਕੇ ਦੀ ਦੋ ਵਿਚਾਰਧਾਰਾ ਅੱਗੇ ਤੁਰਨੀ ਸੀਗੀ, ਜਿਹਦੇ ਕਰਕੇ ਇਸ ਮੀਟਿੰਗ ਨੂੰ ਨਾ ਬੁਲਾਉਣ ਦਾ ਵੀ ਸ਼ਾਇਦ ਫੈਸਲਾ ਕੀਤਾ ਹੈ। ਪਰ ਆ ਜਿਹੜੀ ਗੱਲਾਂ ਚੱਲ ਰਹੀ ਹੈ ਹੁਣ, ਕਿਉਂਕਿ ਟਕਰਾਵ ਦੀ ਸਥਿਤੀ 'ਚ ਆ ਕੇ ਕੀ ਆਈਏਐਸ ਆਫੀਸਰ ਗਵਾਉਣਗੇ, ਕੀ ਸਰਕਾਰ ਅਗਰ ਕੜਾ ਸਟੈਂਡ ਲੈ ਲੇ ਤੇ ਕਿੱਥੇ ਖੜੇ ਨੇ। ਔਰ ਕਰਪਸ਼ਨ ਦੇ ਮੁੱਦੇ ਤੇ 4-5 ਅਫਸਰਾਂ ਦੀ ਅਗਰ ਫਾਈਲਾਂ ਖੋਲ ਕੇ ਸਰਕਾਰ ਦਿਖਾ ਦੇ ਕਿ ਵੀ ਆਹ ਦੇਖੋ ਰਿਕਾਰਡ ਹੈਗਾ, ਮੈਨੂੰ ਲੱਗਦਾ ਉਦਾਂ ਹੀ ਬੋਲਤੀ ਬੰਦ ਹੋ ਜਾਣੀ ਹੈ। ਪਰ ਚਲੋ ਗੱਲ ਅੱਗੇ ਤੇ ਤੁਰ ਰਹੀ ਹੈ, ਪਰ ਕਿੱਥੇ ਤੱਕ ਜਾਏਗੀ ਔਰ ਸਰਕਾਰ ਦਾ ਕੀ ਸਟੈਂਡ ਹੋਏਗਾ, ਇਹਦੇ ਉੱਤੇ ਪੰਜਾਬ ਦੇ ਲੋਕਾਂ ਦੀ ਨਜ਼ਰ ਹੈ। ਔਰ ਪੰਜਾਬ ਦੇ ਲੋਕਾਂ ਦੀ ਪਰਸੈਪਸ਼ਨ ਹੈ ਬਣ ਚੁੱਕੀ ਹੈ ਕਿ ਕਰਪਸ਼ਨ ਦੇ ਮੁੱਦੇ ਤੇ ਜਿਸ ਤਰੀਕੇ ਨਾਲ ਆਈਏਐਸ ਆਫੀਸਰ ਜਾਂ ਪੀਸੀਐਸ ਆਫੀਸਰਸ ਅੱਗੇ ਤੁਰਦੇ ਹੋਏ ਨਜ਼ਰ ਆਉਂਦੇ ਨੇ, ਔਰ ਆਪਣੇ ਹੀ ਅਧਿਕਾਰੀਆਂ ਨੂੰ ਜੋ ਇੱਕ ਤਰੀਕੇ ਨਾਲ ਕਰਪਸ਼ਨ ਦੇ ਕੇਸ ਤੇ ਫਸੇ ਹੋਏ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਇੱਕ ਪੰਜਾਬ ਦੇ ਲੋਕਾਂ ਦੇ ਵਾਸਤੇ ਇੱਕ ਵੱਡਾ ਮੁੱਦਾ ਬਣ ਗਿਆ। ਸਰਕਾਰ ਵਾਸਤੇ ਤੇ ਹੈ ਹੀ। ਇੱਕ ਪਰਸੈਪਸ਼ਨ, ਇੱਕ ਆਮ ਰਾਏ ਹੈ ਕਿ ਪੀਸੀਐਸ ਅਫਸਰ ਮਹਿਸੂਸ ਕਰਦੇ ਆ 5 ਦਿਨ ਦੇ ਕੰਮ ਛੱਡਣ ਤੇ ਛੁੱਟੀ ਤੇ ਉਹ ਤਾਂ ਚਲੇ ਗਏ, ਆਈਐਸ ਵਾਲੇ ਕਿਉਂ ਨਹੀਂ ਗਏ। ਇਹ ਇੱਕ ਵਰਤੋਂ ਦੀ ਗੱਲ ਜਿਹੜੀ ਹੈ ਮਨਪ੍ਰੀਤ ਜੀ ਇਹ ਆ ਰਹੀ ਸੀਗੀ। ਦੂਜੇ ਬੰਨੇ ਜਿਹੜਾ ਮਾਮਲਾ PSIEC ਵਾਲਾ ਹੈ, ਇਹਦੇ ਵਿੱਚ SP ਸਿੰਘ ਜਿਹੜੇ ਕਾਰਜਕਾਰੀ ਪ੍ਰਮੁੱਖ ਸੀਗੇ ਉਸ ਵੇਲੇ ਦੇ, ਉਹਨਾਂ ਨੂੰ ਜਦੋਂ ਲਿਜਾਇਆ ਗਿਆ ਤੇ ਇੱਕ CPU ਕੰਪਿਊਟਰ ਦਾ CPU ਗਾਇਬ ਆ, ਇਹਦਾ ਵੀ ਜ਼ਿਕਰ ਆ ਰਿਹਾ। ਔਰ ਸਵਾਲ ਇਸ ਗੱਲ ਦਾ ਵੀ ਹੈ ਕਿ ਹੁਣ ਗੱਲ ਟਕਰਾਅ ਵੱਲ ਹੋਊਗੀ ਜਾਂ ਸਮਝੌਤੇ ਵੱਲ ਤੁਰ ਪਊਗੀ। ਗੱਲ ਆਈ ਗਈ ਕਰਤੀ ਜਾਊਗੀ, ਕਿਉਂਕਿ ਕੋਈ ਵੀ ਇਹ ਨਹੀਂ ਚਾਹ ਰਿਹਾ ਕਿ ਗੱਲ ਫੈਲ ਜਾਵੇ ਔਰ ਬਹੁਤ ਸਾਰੇ ਮਾਮਲੇ ਨਵੇਂ ਉੱਪਰ ਆਉਣ। ਰੰਧਾਵਾ ਜੀ, ਪਹਿਲਾਂ ਤਾਂ ਮੈਂ ਇਸ ਗੱਲ ਦੀ ਥੋੜਾ ਜਿਹਾ ਦੱਸਦਾ ਕਿ ਜਿਹੜੇ ਆਈਐਸ ਤੇ ਆਈਪੀਐਸ ਜਾਂ ਪੀਸੀਐਸ ਅਫਸਰਾਂ ਦੇ ਪਲਾਟਸ ਦੀ ਗੱਲ ਆ, ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਰਹੀ ਹੈ। ਮੇਰੀ ਖੁਦ ਬਹੁਤ ਸਾਰੇ ਅਧਿਕਾਰੀਆਂ ਦੇ ਨਾਲ ਗੱਲ ਹੋਈ ਆ ਔਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਅਸੀਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਕਿ ਇਹ ਜਿਹੜੇ ਆਈਐਸ ਆਫੀਸਰ ਨੇ, ਪੀਸੀਐਸ ਆਫੀਸਰ ਖਾਸ ਤੌਰ ਤੇ, ਇਹ ਹੋਏ ਇਸੇ ਕਰਕੇ ਆ, ਇਹ ਇਸ ਟਾਈਮ ਬਦਹਵਾਸ ਹੀ ਇਸੇ ਚੀਜ਼ ਕਰਕੇ ਹੋਏ ਆ ਕਿ ਕਦੇ ਇਹਨਾਂ ਦੇ ਨਾਂ ਨਾ ਆ ਜਾਣ। ਔਰ ਇਹਨਾਂ ਨੇ ਬਹੁਤ ਸਾਰੇ ਆਪਣੇ ਰਿਸ਼ਤੇਦਾਰਾਂ ਤੇ ਨਾਂ ਤੇ ਪਲਾਟ ਲਿੱਤੇ ਆ, ਉਹਦੀ ਸਿਕਿਉਰਿਟੀ ਹੋਣੀ ਆ। ਉਸੇ ਚੀਜ਼ ਨੂੰ ਸਕਟਲ ਕਰਨ ਲਈ ਇਹ ਸਾਰੀ ਮੁਹਿੰਮ ਚਲਾਈ ਗਈ ਆ ਕਿ ਸਾਡੇ ਤੱਕ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਕਿ ਸਾਡੇ ਤੱਕ ਹੀਟ ਨਾ ਪਹੁੰਚੇ। ਅਗਰ ਇਹਨਾਂ ਨੂੰ ਇਹ ਚੀਜ਼ਾਂ ਨਾ ਹੁੰਦੀਆਂ, ਹੁਣ ਤੁਸੀਂ ਗੱਲ ਕੀਤੀ ਹੈ CPU ਦੀ, ਦੇਖੋ SP ਸਿੰਘ ਨੂੰ PSIEC ਦੇ 17 ਸੈਕਟਰ ਚੰਡੀਗੜ੍ਹ ਦੇ ਦਫ਼ਤਰ ਵਿਖੇ ਲੈ ਕੇ ਜਾਇਆ ਗਿਆ ਔਰ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਕੰਪਿਊਟਰ ਤੋਂ ਅਸੀਂ ਤੁਹਾਡੀਆਂ ਫਾਈਲਾਂ ਰਿਕਵਰ ਕਰਨੀਆਂ, ਤੇ ਉੱਥੇ ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹਨੂੰ ਅਸੀਂ CPU ਕਹਿ ਦਿੰਦੇ ਆ, ਜਿਹਦੇ ਵਿੱਚ ਹਾਰਡ ਡਿਸਕ ਹੁੰਦੀ ਆ, ਰੰਧਾਵਾ ਜੀ, ਉਹ ਗਾਇਬ ਸੀ।
ਔਰ ਉਹ ਲੈ ਕੇ ਪਤਾ ਕੌਣ ਗਿਆ ਸੀ? ਅੰਕੁਰ ਚੌਧਰੀ। ਅੰਕੁਰ ਚੌਧਰੀ ਕੌਣ ਆ? PSIC ਨੇ ਜਿਹਨੂੰ ਗ੍ਰਿਫਤਾਰ ਕੀਤਾ ਹੋਇਆ। ਤੁਸੀਂ ਦੇਖੋ ਇਹਨਾਂ ਦਾ ਵਰਤਾਰਾ, ਦੇਖੋ ਅਫਸਰਾਂ ਦਾ। ਕਦੇ ਇਹਨਾਂ ਦੀਆਂ ਫਾਈਲਾਂ ਗਾਇਬ ਹੋ ਜਾਂਦੀਆਂ ਨੇ, ਕਦੇ ਇਹਨਾਂ ਦੇ ਨੋਟਿੰਗਸ ਗਾਇਬ ਹੋ ਜਾਂਦੀਆਂ ਨੇ, ਕਦੇ ਇਹਨਾਂ ਦੇ ਪੇਜ ਪੜ ਲਿੱਤੇ ਜਾਂਦੇ ਆ। ਕੀ ਇਹਨੇ ਜ਼ਿੰਮੇਵਾਰ ਨਹੀਂ ਹੈ ਕਿਸੇ ਚੀਜ਼ ਲਈ? ਇਹ ਅਫਸਰ ਮਿਲ ਕੇ ਕਿਸ ਚੀਜ਼ ਦੀ ਜ਼ਿੰਮੇਵਾਰੀ ਲੈ ਕੇ ਬੈਠੇ ਆ? ਕਿਹਨੂੰ ਅਕਾਊਂਟੇਬਲ ਨੇ? ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਰੰਧਾਵਾ ਜੀ, ਇਸੇ ਤਰ੍ਹਾਂ ਦਾ ਪਲਾਟਸ ਦਾ ਇਹ ਕੋਈ ਇੱਕ ਮਾਮਲਾ ਨਹੀਂ ਹੈ ਕਿ ਅਸੀਂ PSIC ਦਾ ਇੱਕ ਮਾਮਲਾ, ਬਹੁਤ ਸਾਰੇ ਮਾਮਲੇ ਨੇ। ਔਰ ਇਹਨਾਂ ਅਫਸਰਾਂ ਨੇ ਇਹ ਜਿਹੜੇ ਇੰਡਸਟਰੀਅਲ ਪਲਾਟ ਸੀ, ਤੁਸੀਂ ਦੱਸੋ ਕਿ ਕੀ ਕਦੇ ਇਹਨਾਂ ਨੇ ਕੋਈ ਐਫਰਟ ਕੀਤਾ ਕੋਈ ਇੰਡਸਟਰੀ ਆ ਜੇ? ਬਲਕਿ ਇਹਨਾਂ ਨੇ ਇੰਡਸਟਰੀਅਲ ਪਲਾਟਸ ਰੀਅਲ ਏਸਟੇਟ ਡਿਵੈਲਪਰਸ ਨੂੰ ਵੇਚਣੇ ਸ਼ੁਰੂ ਕਰਤੇ। ਕੀ ਡਿਵੈਲਪਰਸ ਜਾਂ ਰੀਅਲ ਏਸਟੇਟ ਜਾਂ ਪ੍ਰਾਪਰਟੀ ਡੀਲਰ ਇਹ ਸਾਡੀ ਇੰਡਸਟਰੀ ਹੈ? ਜਾਂ ਤਾਂ ਫਿਰ ਇਹਨੂੰ ਇੰਡਸਟਰੀ ਡਿਕਲੇਅਰ ਕਰ ਦਿਓ। ਬੇਸਿਕਲੀ ਤਾਂ ਇੰਡਸਟਰੀ ਵੀ ਇਹਨਾਂ ਕਰਕੇ ਫੇਲ ਹੋਈ ਹੈ ਰੰਧਾਵਾ ਜੀ। ਅੱਛਾ, ਦੂਸਰੀ ਗੱਲ ਮੈਂ ਤੁਹਾਨੂੰ ਬੜੀ ਅਹਿਮ ਦੱਸਣਾ ਚਾਹੁੰਦਾ। ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਦੇ ਇੰਡਸਟਰੀਅਲ ਪਲਾਟਸ ਨੂੰ ਰੈਜ਼ੀਡੈਂਸ਼ੀਅਲ ਪਲਾਟਸ ਦੇ ਵਿੱਚ ਟਾਊਨਸ਼ਿਪ ਨੂੰ ਤੁਸੀਂ ਕਿਸ ਤਰ੍ਹਾਂ ਦੇ ਦੋਗੇ, ਕਿਉਂਕਿ ਗਲਮੋਰ ਟਾਊਨਸ਼ਿਪ ਪ੍ਰਾਈਵੇਟ ਲਿਮਿਟਿਡ ਇਹ ਡਿਵੈਲਪਰਸ ਦਾ ਹੀ ਕੰਮ ਕਰਦੇ ਆ। ਉਸ ਤੋਂ ਬਾਅਦ ਹੋਰ ਵੀ ਇਹਨਾਂ ਨੇ ਕਈ ਇਸ ਤਰ੍ਹਾਂ ਦੇ ਮਾਮਲਿਆਂ ਦੀ ਜੋ ਜਾਂਚ ਕੀਤੀ ਤਾਂ ਇੱਥੋਂ IAS ਅਫਸਰਾਂ ਦੀ ਇੱਕ ਕਮੇਟੀ ਬਣਾ ਕੇ ਇਹਨਾਂ ਨੂੰ ਸਾਰੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਰੰਧਾਵਾ ਜੀ। ਔਰ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਕਿਹਾ, ਕਹਿੰਦੇ ਜੀ ਸਾਨੂੰ ਤਾਂ CM ਦੇ ਆਰਡਰ ਸੀ, ਚੀਫ ਮਿਨਿਸਟਰ ਦੇ ਆਰਡਰ ਸੀ, ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੇ। ਹੁਣ ਤੁਸੀਂ ਦੇਖੋ, ਜਦੋਂ ਵਿਜੀਲੈਂਸ ਬਿਊਰੋ ਨੇ ਇਹਨਾਂ ਨੂੰ ਇੰਨੀਆਂ ਚਿੱਠੀਆਂ ਲਿਖ ਲੀਆਂ ਕਿ ਘੱਟੋ ਘੱਟ ਸਾਨੂੰ ਉਹ ਚਿੱਠੀ ਤਾਂ ਦੇ ਦਿਓ। ਅੱਜ ਤੱਕ ਰੰਧਾਵਾ ਜੀ ਇਹ IAS ਆਫੀਸਰ, ਸੀਨੀਅਰ ਆਫੀਸਰ ਜਿਹੜੇ ਇਸ ਟਾਈਮ ਬੜੇ ਕਰਪਸ਼ਨ ਤੋਂ ਖਫਾ ਨੇ ਕਿ ਕਰਪਸ਼ਨ ਸਾਡੇ ਅਫਸਰਾਂ ਦੇ ਕੋਲੀਗਸ ਦੇ ਖਿਲਾਫ ਦਾ ਕੇਸ ਦਰਜ ਕਰ ਲਿਆ, ਇਹ ਅੱਜ ਤੱਕ ਚਿੱਠੀ ਨਹੀਂ ਦੇ ਸਕੇ। ਇਹ ਆਲਮ ਹੈ ਇਹਨਾਂ ਦਾ, ਤੇ ਇਹ ਕਾਹਦੀ ਰਿਸਪੌਂਸਿਬਿਲਿਟੀ ਹੈ? ਮਤਲਬ ਕਿ ਕਿੱਥੇ ਬੈਠੇ ਨੇ ਇਹ? ਸਿਰਫ ਤੇ ਸਿਰਫ ਇਹਨਾਂ ਦਾ ਕੰਮ ਉੱਥੇ ਬੈਠ ਕੇ ਐਜੀਟੇਸ਼ਨਸ ਕਰਨਾ ਨਹੀਂ ਆ। ਹੁਣ ਰੰਧਾਵਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਮੈਂ ਉਸ ਗੱਲ ਤੇ ਵੀ ਜ਼ਰੂਰ ਆਉਣਾ ਚਾਹੂੰਗਾ। ਉਹ ਗੱਲ ਹੈ ਕਿ ਕੱਲ ਪੰਜਾਬ ਵਿਜੀਲੈਂਸ ਬਿਊਰੋ ਦੇ ਬਾਹਰ ਇੱਕ ਬਹੁਤ ਭਾਰੀ ਧਰਨਾ ਦੇਖਣ ਨੂੰ ਮਿਲਿਆ ਔਰ ਉੱਥੇ ਲੋਕ, ਇਹ ਮੈਂ ਪਹਿਲੀ ਵਾਰੀ ਦੇਖ ਰਿਹਾ, ਉੱਥੇ ਪੰਜਾਬ ਅਗੇਂਸਟ ਕਰਪਸ਼ਨ, ਇਸੇ ਤਰ੍ਹਾਂ ਜਿਹੜੇ ਸੀ ਫਿਲਿਪਸ EMPLOYEES ਯੂਨੀਅਨ, ਇਹਨਾਂ ਦੇ ਕਰਮਚਾਰੀ, ਇਸੇ ਤਰ੍ਹਾਂ ਪੰਜਾਬੀ ਮੰਚ, ਇਹਨਾਂ ਨੇ ਹੁਣ ਉੱਥੇ ਜਾ ਕੇ ਪਹਿਲਾਂ ਤਾਂ ਪ੍ਰਦਰਸ਼ਨ ਕੀਤਾ, ਪੁਤਲੇ ਸਾੜੇ, ਔਰ ਉੱਥੇ ਜਾ ਕੇ ਇਹੀ ਕਿਹਾ ਕਿ ਅਸੀਂ ਪੰਜਾਬ ਵਿਜੀਲੈਂਸ ਬਿਊਰੋ ਜੇ ਕੈਂਪੇਨ ਕਰ ਰਹੀ ਹੈ ਪਰ ਸਹੀ ਢੰਗ ਨਾਲ ਹੋਵੇ, ਕੋਈ ਵੀ ਮਾੜਾ ਜਿਹੜਾ ਵਿਅਕਤੀ ਆ ਉਹ ਗਲਤ ਢੰਗ ਨਾਲ ਨਾ ਫਸਾਇਆ ਜਾਵੇ, ਪਰ ਇਸ ਮੁਹਿੰਮ ਨੂੰ ਰੁਕਣਾ ਨਹੀਂ ਚਾਹੀਦਾ। ਦੂਸਰੀ ਗੱਲ ਉਹਨਾਂ ਨੇ ਕਹੀ ਆ, ਉਹਨਾਂ ਦੇ ਸਤਨਾਮ ਦਾਓ ਨੇ ਇਹ ਗੱਲ ਕਹੀ ਆ ਕਿ ਅਸੀਂ ਸਟੇਟ ਵਾਈਡ ਪ੍ਰੋਟੈਸਟ ਕਰਾਂਗੇ, ਯਾਨੀ ਕਿ IAS ਅਫਸਰਾਂ ਨੂੰ ਵੀ ਘੇਰਾਂਗੇ, ਅਸੀਂ PCS ਅਫਸਰਾਂ ਨੂੰ ਵੀ ਘੇਰਾਂਗੇ, ਉਹਨਾਂ ਦਾ ਘਿਰਾਓ ਕਰਾਂਗੇ, ਔਰ ਇਹ ਜਿਹੜੀ ਮੁਹਿੰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੀ ਰੰਧਾਵਾ ਜੀ, ਹੁਣ ਤੋਂ ਥੋੜੀ ਦੇਰ ਬਾਅਦ ਤੱਕ ਚੀਫ ਸੈਕਟਰੀ ਸਥਿਤੀ ਕਲੀਅਰ ਕਰ ਦੇਣਗੇ। ਹੋ ਸਕਦਾ ਪਬਲਿਕ ਦੇ ਵਿੱਚ ਇਹ ਪੱਤਰ ਨਾ ਆਵੇ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਚੀਫ ਸੈਕਟਰੀ ਉਹੀ ਸਟੈਂਡ ਲੈਣਗੇ ਜਿਹੜਾ ਸਟੇਟ ਦਾ ਲੈਣਾ ਬਣਦਾ। ਉਹ ਸਟੇਟ ਦੇ ਨੁਮਾਇੰਦੇ ਨੇ, ਉਹ ਪ੍ਰਸ਼ਾਸਨਿਕ ਮੁਖੀ ਨੇ, ਉਹਦੇ ਵਿੱਚ ਕੇਰਲ ਹਾਈ ਕੋਰਟ ਦਾ ਵੀ ਹਵਾਲਾ ਹੋਵੇਗਾ। ਕੇਂਦਰ ਸਰਕਾਰ ਦੀ ਉਹ ਚਿੱਠੀ ਜਿਹਦਾ ਮਨਪ੍ਰੀਤ ਅਕਸਰ ਜ਼ਿਕਰ ਕਰਦੇ ਆ, ਸਤੰਬਰ ਮਹੀਨੇ ਦੀ, ਪਿਛਲੇ ਸਾਲ ਦੀ, ਉਹਦਾ ਵੀ ਜ਼ਿਕਰ ਹੋਊਗਾ। 17A ਦੇ ਮਾਮਲੇ 'ਚ ਜਿੰਨੀਆਂ ਵੀ ਹੁਣ ਤੱਕ ਦੀਆਂ ਡਾਇਰੈਕਸ਼ਨਸ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚੋਂ, ਉਹਨਾਂ ਸਾਰਿਆਂ ਦੇ ਹਵਾਲਿਆਂ ਨਾਲ ਇਸ ਮਾਮਲੇ ਨੂੰ ਮੇਰੇ ਖਿਆਲ ਨਿਪਟਾ ਲਿਆ ਜਾਊਗਾ। ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ, ਪਰ ਨਾਲ ਦੀ ਨਾਲ ਇੱਕ ਗੱਲ ਜਿਹੜੀ ਮਨਪ੍ਰੀਤ ਜੀ ਨੇ ਥੋੜੀ ਦੇਰ ਪਹਿਲਾਂ ਕੀਤੀ, ਮੈਂ ਉਹਦੇ 'ਚ ਜੋੜਦੇ ਆ, ਜਿਹੜਾ ਮਾਮਲਾ ਇਹ ਮੰਨਿਆ ਜਾ ਰਿਹਾ ਸੀਗਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚਿੱਠੀ ਦਾ, ਇਹ ਜਦੋਂ ਮੁੱਖ ਮੰਤਰੀ ਨਾਲ ਗੱਲਬਾਤ ਹੁੰਦੀ ਆ ਅਫਸਰਾਂ ਦੀ ਐਸੋਸੀਏਸ਼ਨ ਦੀ, ਉਹਦੇ ਵਿੱਚ ਵੀ ਉਠਾਇਆ ਗਿਆ ਕਿ ਜੇਕਰ ਕੋਈ ਚਿੱਠੀ ਮਿਸਪਲੇਸ ਹੋਈ ਆ, ਗੁੰਮ ਹੋਈ ਆ, ਉਹ ਤਾਂ ਚੋਰੀ ਦਾ ਪਰਚਾ ਬਣਦਾ, ਉਹਦਾ FIR ਬਣਦੀ ਸੀ, ਉਹ 'ਚ ਵਿਜੀਲੈਂਸ ਕਿੱਥੋਂ ਆ ਗਈ? ਇਹ ਵੀ ਸਵਾਲ ਉਠਾਇਆ ਗਿਆ ਕਿ ਪਹਿਲਾਂ ਵਿਭਾਗੀ ਜਾਂਚ ਹੋਣੀ ਚਾਹੀਦੀ ਆ ਔਰ ਫਿਰ ਕਿਤੇ ਵਿਜੀਲੈਂਸ ਨੂੰ ਵਿਭਾਗੀ ਜਾਂਚ ਦੇ ਵਿੱਚੋਂ ਮਿਲੇ ਤੱਥਾਂ ਜਾਂ ਫਾਈਂਡਿੰਗਸ ਤੇ ਅੱਗੇ ਵਧਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਬੜੀਆਂ ਤੈਅਸ਼ੁਦਾ ਲੱਗ ਰਹੀਆਂ। ਦਾਲ 'ਚ ਕਾਫੀ ਕਾਲਾ ਹੈ। ਮੈਨੂੰ ਲੱਗਦਾ ਸ਼ਾਮ ਪੈਂਦੀ ਤੱਕ ਸਾਰੀਆਂ ਕਲਮ ਛੱਡਣ ਵਾਲੀਆਂ ਤੇ ਛੁੱਟੀ ਵਾਲੀਆਂ ਗੱਲਾਂ ਸ਼ਾਇਦ ਮੁੱਕ ਮੁਕਾ ਨਾ ਜਾਣਗੀਆਂ। ਜੇ ਗੱਲ ਵੱਡੀ ਹੋ ਗਈ, ਜੇ ਸਰਕਾਰ ਦਮ ਦਿਖਾ ਗਈ ਤੇ ਫਿਰ ਪਿਛਲਖੁਰੀ ਮੁੜਨਾ ਵੀ ਪੈ ਸਕਦਾ। ਭਾਸਕਰ ਸਾਹਿਬ ਕੀ ਕਹਿੰਦੇ ਹੋ? ਜਿੱਥੇ ਤੱਕ ਗੱਲ ਉਹ 17A ਵਾਲੀ ਪਰਮਿਸ਼ਨ ਦੀ ਹੈਗੀ ਹੈ, ਮੁੱਖ ਮੰਤਰੀ ਨੇ ਇੱਕ ਨੋਟ ਲਿਖਿਆ ਚੀਫ ਸਕੱਤਰ ਨੂੰ ਕਿ ਪਤਾ ਕਰਕੇ ਦੱਸੋ 17A ਦੇ ਵਿੱਚ ਪਰਮਿਸ਼ਨ ਲਿੱਤੀ ਗਈ ਸੀ ਕਿ ਨਹੀਂ ਲਿੱਤੀ ਗਈ ਸੀ। ਕੱਲ ਤੱਕ ਇਹ ਰਿਪਲਾਈ ਚੀਫ ਸਕੱਤਰ ਨੇ ਮੁੱਖ ਮੰਤਰੀ ਨੂੰ ਦੇਣਾ ਸੀਗਾ। ਤੁਸੀਂ ਇਹ ਦੇਖੋ
ਕਿ ਜੇ ਇਹ ਪਰਮਿਸ਼ਨ ਲਿੱਤੀ ਗਈ ਸੀ ਤੇ ਮੁੱਖ ਸਕੱਤਰ ਤੋਂ ਹੀ ਲਿੱਤੀ ਗਈ ਹੋਏਗੀ, ਉਹਨਾਂ ਨੂੰ ਤੇ ਇਹ ਪਤਾ ਹੀ ਹੋਏਗਾ ਕਿ ਪਰਮਿਸ਼ਨ ਲਿੱਤੀ ਗਈ ਕਿ ਨਹੀਂ ਲਿੱਤੀ ਗਈ। ਔਰ ਇਸ ਤੋਂ ਪਹਿਲੇ ਵਿਜੀਲੈਂਸ ਦਾ ਵੀ ਇੱਕ ਬਿਆਨ ਆਇਆ ਸੀਗਾ ਕਿ ਜਿਸ ਤਰੀਕੇ ਨਾਲ ਨੀਲਿਮਾ ਉਹਨਾਂ ਦੇ ਖਿਲਾਫ ਕੇਸ ਕੀਤਾ ਗਿਆ ਔਰ ਟੈਂਪਰਿੰਗ ਫਾਈਲ ਦੇ ਵਿੱਚ ਜਿਸ ਤਰੀਕੇ ਨਾਲ ਟੈਂਪਰਿੰਗ ਕੀਤੀ ਗਈ, ਉਸ ਕੇਸ ਦੇ ਵਿੱਚ ਇਸ ਤਰੀਕੇ ਦੀ ਪਰਮਿਸ਼ਨ ਦੀ ਲੋੜ ਹੀ ਨਹੀਂ ਸੀ। ਮੈਨੂੰ ਇਹ ਲੱਗਦਾ ਹੈ ਕਿ ਹੁਣ ਚੀਫ ਸਕੱਤਰ ਤੋਂ ਕਿਹੜਾ ਰਿਪਲਾਈ ਭਾਲ ਰਹੇ ਆਪਾਂ, ਕੀ ਉਹ ਲਿਖਣਗੇ ਕਿ ਵੀ ਨਹੀਂ ਲਿੱਤੀ ਸੀ ਜੀ, ਇਹ ਗਲਤੀ ਹੋ ਗਈ, ਕੀ ਉਹ ਲਿਖਣਗੇ ਕਿ ਇਹਦੀ ਲੋੜ ਹੀ ਨਹੀਂ ਸੀ? ਹਾਂਜੀ ਮਨਪ੍ਰੀਤ ਜੀ ਕੁਝ ਕਹਿ ਰਹੇ। ਕਈ ਦੌਰ ਦੀਆਂ ਸਿਟਿੰਗਸ ਹੋਈਆਂ ਚੀਫ ਸੈਕਟਰੀ ਨਾਲ ਵੀ ਆਈਐਸ ਅਫਸਰਾਂ ਦੀਆਂ, ਇਹ ਵੀ ਗੱਲ ਆ ਰਹੀ ਕਿ ਚੀਫ ਸੈਕਟਰੀ ਆਪਣੇ ਕੁਲੀਗਸ ਜਿਨ੍ਹਾਂ ਨੇ ਉਹਨਾਂ ਨੇ ਚੰਗੇ ਮਾੜੇ ਦਿਨ ਬਿਤਾਏ ਆ ਉਹਨਾਂ ਦੇ ਪ੍ਰਭਾਵ ਥੱਲੇ ਆ ਜਾਣਗੇ। ਵੈਸੇ ਮੁੱਢਲੇ ਤੌਰ ਤੇ ਜਿਹੜੀ ਮੇਰੇ ਕੋਲ ਜਾਣਕਾਰੀ ਪੁਖਤਾ ਹੋ ਰਹੀ ਆ ਵੀ ਚੀਫ ਸੈਕਟਰੀ ਉਹੀ ਕਰਨਗੇ ਜੋ ਸਟੇਟ ਦੀ ਕਰਪਸ਼ਨ ਦੇ ਖਿਲਾਫ ਨੀਤੀ ਆ। 17A ਦੇ ਮਾਮਲੇ 'ਚ ਬੜੇ ਕਲੀਅਰ ਹੋ ਰਿਹਾ। ਮੈਨੂੰ ਲੱਗਦਾ ਤੱਥ ਹੋਰ ਜ਼ਿਆਦਾ ਫਾਈਲ ਭਾਰੀ ਕਰਕੇ ਮੁੱਖ ਮੰਤਰੀ ਨੂੰ ਦੇਣਗੇ। ਮੁੱਖ ਮੰਤਰੀ ਸਾਹਿਬ ਘੰਟਾ ਕੱਢ ਕੇ ਪੜ੍ਹ ਲਿਓ ਜੀ। ਨਾਲੇ ਰੰਧਾਵਾ ਜੀ ਦੂਜੀ ਗੱਲ ਇੱਕ ਹੋਰ ਹੈ, ਲੋਕਾਂ ਦੇ ਵਿੱਚ ਕੀ ਗੱਲ ਚੱਲਦੀ ਹੈ ਵੀ 17A ਹੈ ਕੀ, ਫਿਰ ਦੂਜਾ ਬੰਦਾ ਇਹ ਕਹਿੰਦਾ ਹੈ ਵੀ 17A ਦੇ ਹਿਸਾਬ ਨਾਲ ਇਹ IAS ਆਫੀਸਰ, PCS ਆਫੀਸਰ ਜਾਂ ਜਿੰਨੇ ਵੀ ਬਿਊਰੋਕਰੇਟਸ ਜਿੰਨੀ ਮਰਜ਼ੀ ਕਰਪਸ਼ਨ ਕਰਨ, ਇਹ 17A ਇਹਨਾਂ ਦੇ ਉੱਤੇ ਕੰਬਲ ਜਿੱਦਾਂ ਬਲੈਂਕਟ ਬੇਲ ਦੀ ਗੱਲ ਨਹੀਂ ਕਰਦੇ ਕਿ ਵੀ ਇਹਨਾਂ ਨੂੰ ਕਵਚ ਮਿਲਿਆ ਹੋਇਆ, ਜੋ ਮਰਜ਼ੀ ਕਰਨ ਇਹਨਾਂ ਦੇ ਖਿਲਾਫ ਕੁਝ ਨਹੀਂ ਹੋ ਸਕਦਾ। ਔਰ 17A ਦੇ ਉੱਤੇ ਜਿਹੜੇ ਹਰਿਆਣਾ ਦੇ ਚੀਫ ਸੈਕਟਰੀ ਨੇ ਵੀ ਚਿੱਠੀ ਲਿਖ ਕੇ ਕਲੈਰੀਫਾਈ ਕੀਤਾ ਸੀ, ਉਹ ਕੋਈ ਆਪਣੀ ਤਰਫੋਂ ਕੋਈ ਆਰਡਰ ਨਹੀਂ ਸੀ, ਉਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦਾ ਹੀ ਇੱਕ ਪਾਰਟ ਸੀਗਾ ਜਿਹਨੂੰ ਕਲੈਰੀਫਾਈ ਕੀਤਾ ਗਿਆ ਸੀ, ਜੋ ਹਜੇ ਤੱਕ ਪੰਜਾਬ ਦੇ ਵਿੱਚ ਕਿਉਂ ਨਹੀਂ ਕੀਤਾ ਜਾ ਰਿਹਾ। ਇਹਦੇ ਉੱਤੇ ਵੀ ਬੜਾ ਡਾਊਟ ਹੈ ਕਿ ਅੱਗੇ ਚੱਲ ਕੇ ਵੀ ਇਹ ਸੇਮ ਇਸ਼ੂ ਆਣੇ ਹੈ। ਹੁਣ ਮੁੱਖ ਮੰਤਰੀ ਸਾਹਿਬ ਕੀ ਜਵਾਬ ਦੇਣਗੇ? ਅੱਗੇ ਕੋਈ ਵੀ ਕਰਪਸ਼ਨ ਦਾ ਕੇਸ ਹੋਏਗਾ ਤੇ ਪਹਿਲੇ 17A ਦੇ ਵਿੱਚ ਪਰਮਿਸ਼ਨ ਲੈਣੀ ਪਏਗੀ, ਜਦ ਕਿ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਗੱਲ ਕਹਿੰਦੇ ਹੈ ਕੋਈ ਰੰਗੇ ਹੱਥ ਫੜਿਆ ਜਾਂਦਾ ਹੈ ਜਾਂ ਫਿਰ ਪ੍ਰਾਈਮਾ ਫੇਸੀ ਕੋਈ ਏਦਾਂ ਲੱਗਦਾ ਹੈ ਕਿ ਜੋ ਕਰਪਸ਼ਨ ਦੇ ਵਿੱਚ ਇਨਵੋਲਵ ਹੈ, ਜੋ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਸੀਗਾ, ਭਾਵੇਂ ਉਹ ਧਾਲੀਵਾਲ ਸਾਹਿਬ ਦਾ ਕੇਸ ਸੀਗਾ PCS ਆਫੀਸਰ ਜਾਂ ਫਿਰ ਨੀਲਿਮਾ ਦਾ ਕੇਸ ਸੀਗਾ, ਦੋਨੋਂ ਕੇਸ ਦੇ ਵਿੱਚ ਇਹ ਚੀਜ਼ਾਂ ਇਨਵੋਲਵ ਸੀ ਜਿਹਦੇ ਵਿੱਚ SOP ਦੇ ਹਿਸਾਬ ਨਾਲ 17A ਦੀ ਪਰਮਿਸ਼ਨ ਲੈਣ ਦੀ ਲੋੜ ਹੈਗੀ ਨਹੀਂ ਸੀ। ਮਨਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਆ? ਵੈਸੇ ਇਸ ਮਾਮਲੇ ਦੇ ਵਿੱਚ ਸ਼ਾਇਦ ਵਿਜੀਲੈਂਸ ਵੀ ਕਹਿ ਚੁੱਕੀ ਆ ਕਿ IAS ਖਿਲਾਫ ਜਿਹੜੀ FIR ਹੋਈ ਆ ਉਹ ਸਾਡੇ ਕੋਲ ਸਫੀਸ਼ੀਐਂਟ ਸਬੂਤ ਸੀ, ਅਸੀਂ ਕੀਤੀ ਆ ਔਰ ਸਾਡੇ ਕੋਲ ਸਾਰਾ ਕੁਝ ਹੈਗਾ ਜਿਹੜੇ ਲੋੜੀਂਦਾ ਸੀ। ਮਨਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ ਸੀ? ਵੈਸੇ 17A ਸੰਬੰਧੀ ਮਨਪ੍ਰੀਤ ਜੀ 3 ਵਾਰੀ ਹੁਣ ਤੱਕ ਐਕਸਪਲੇਨ ਕਰ ਚੁੱਕੇ ਆ ਕਿ ਇਹਦੇ ਵਿੱਚ ਕੀ ਕਾਦੇ ਕਰਕੇ ਇਹ ਲਾਗੂ ਹੋ ਸਕਦਾ। ਜਦੋਂ ਤੁਸੀਂ ਨੈਤਿਕ ਤੌਰ ਤੇ ਕਿਸੇ ਅਹੁਦੇ ਤੇ ਬੈਠਿਆਂ ਕੋਈ ਬਿਹਤਰ ਇੰਟੈਂਸ਼ਨ ਨਾਲ ਕੁਝ ਕਰ ਰਹੇ ਹੋਵੋ ਤੇ ਕੱਲ ਨੂੰ ਦੂਜੀ ਸਰਕਾਰ ਤੁਹਾਨੂੰ ਫਸਾ ਦੇ, ਉਹਦੇ ਤੋਂ ਕਵਚ ਦਿੱਤਾ ਗਿਆ ਜੀ। ਰੰਧਾਵਾ ਜੀ ਤੁਸੀਂ ਇੱਕ ਚੀਜ਼ ਬੜੀ ਕਲੀਅਰ ਆ, ਜਦੋਂ ਪਹਿਲਾਂ ਜ਼ਿਕਰ ਹੋ ਚੁੱਕਾ 20-22 ਅਫਸਰ ਜਾਂਦੇ ਨੇ ਔਰ ਜਾ ਕੇ ਕੋਰਟ 'ਚ ਪਹੁੰਚ ਜਾਂਦੇ ਨੇ, ਕੀ ਇਹਨਾਂ ਨੂੰ ਕੋਰਟ ਦੀ ਪ੍ਰਕਿਰਿਆ ਤੇ ਭਰੋਸਾ ਨਹੀਂ ਹੈ? ਕੀ ਇਹਨਾਂ ਨੂੰ ਪਤਾ ਨਹੀਂ ਇਹ ਪੜ੍ਹੇ ਲਿਖੇ ਨਹੀਂ ਹੈ? ਕੋਈ ਅਨਪੜ੍ਹ ਵਿਅਕਤੀ ਕਰੇ ਜਾਂ ਇਸ ਤਰ੍ਹਾਂ ਦੀ ਯੂਨੀਅਨ ਕਰੇ ਜਿਨ੍ਹਾਂ ਦੇ ਲੋਕਾਂ ਨੂੰ ਪੜ੍ਹੇ ਲਿਖੇ ਨੇ ਉਹ ਤਾਂ ਜੱਜਦੇ ਨੇ, ਇਹ ਤਾਂ ਆਪਣੇ ਆਪ ਨੂੰ PCS ਜਾਂ IAS ਆਫੀਸਰ ਕਹਾਉਂਦੇ ਨੇ। ਦੂਸਰੀ ਗੱਲ, ਚੀਫ ਸੈਕਟਰੀ ਹੁੰਦੇ ਆ ਜੋ, ਉਹ ਸੈਕਟਰੀ ਵਿਜੀਲੈਂਸ ਬਿਊਰੋ ਦੇ ਵੀ ਹੁੰਦੇ ਆ, ਸੈਕਟਰੀ ਹੁੰਦੇ ਆ, ਔਰ ਉਹਨਾਂ ਦਾ ਕੰਮ ਹੀ ਇਹ ਹੁੰਦਾ ਰੰਧਾਵਾ ਜੀ ਕਿ ਹਰ ਕੇਸ ਨੂੰ ਫੋਲੋ ਅਪ ਕਰਵਾਉਣਾ ਔਰ ਉਹਨੂੰ ਨਤੀਜੇ ਤੱਕ ਲੈ ਕੇ ਜਾਣਾ। ਸੋ ਇਸ ਕਰਕੇ ਸੈਕਟਰੀ ਵਿਜੀਲੈਂਸ ਜਾਂ ਚੀਫ ਸੈਕਟਰੀ ਦਾ ਰੋਲ ਤਾਂ ਹੋਰ ਵੀ ਇੰਪੋਰਟੈਂਟ ਆ ਜਾਂਦਾ, ਕਿਉਂਕਿ ਜਿਹੜਾ ਵਿਜੀਲੈਂਸ ਬਿਊਰੋ ਆ ਉਹ ਪੰਜਾਬ ਦੇ DG ਜਾਂ ਹੋਮ ਨੂੰ ਨਹੀਂ ਰਿਪੋਰਟ ਕਰਦਾ, ਉਹ ਸਿੱਧਾ ਚੀਫ ਸੈਕਟਰੀ ਨੂੰ ਕਰਦਾ, ਸੈਕਟਰੀ ਵਿਜੀਲੈਂਸ ਨੂੰ ਕਰਦਾ। ਸੋ ਇਸ ਕਰਕੇ ਇਹ ਬਾਈਫਰਕੇਸ਼ਨ ਬੜੀ ਕਲੀਅਰ ਆ। ਸੋ ਇਹ ਉਹਨਾਂ ਦਾ ਹੋਰ ਵੀ ਫਰਜ਼ ਬਣਦਾ ਕਿ ਸਾਰੇ ਕੇਸ ਜਿਹੜੇ ਵੀ ਪ੍ਰਵਾਨਗੀ ਦੇਣ ਉਹ ਕਿਸੇ ਨਾ ਕਿਸੇ ਨਤੀਜੇ ਤੇ ਜ਼ਰੂਰ ਪਹੁੰਚਣ। ਜੀ ਰੰਧਾਵਾ ਜੀ। VK ਜੰਜੂਆ ਵੀ ਹੌਲੀ ਹੌਲੀ ਸੋਚਦੇ ਹੋਣੇ ਆ ਵੀ 10-15 ਸਾਲ ਮੈਨੂੰ ਵੀ ਬਨਵਾਸ ਦਿੱਤੀ ਰੱਖਿਆ, ਉਦੋਂ ਤੇ ਕੋਈ ਐਸੋਸੀਏਸ਼ਨ ਨਹੀਂ ਆਈ ਵੀ ਚਲੋ ਸੁਖਬੀਰ ਜੀ ਨਾਲ ਤੁਹਾਡੀ ਗੱਲ ਮੁਕਾ ਦਈਏ, ਤੁਹਾਨੂੰ ਵੀ ਕੋਈ ਚੰਗੀ ਜ਼ਿੰਮੇਵਾਰੀ ਵਾਲਾ ਅਹੁਦਾ ਦੇ ਦਈਏ, ਨੌਕਰੀ ਏਦਾਂ ਹੀ ਨਿਕਲ ਚੱਲੀ ਆ। ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਹੀ ਵਾਪਰਦਾ ਰਿਹਾ, ਜੰਜੂਆ ਸਾਹਿਬ ਨੌਕਰੇ ਲੱਗੇ, ਕੋਈ ਬਾਤ ਪੁੱਛਣ ਨਹੀਂ ਆਇਆ। ਔਰ ਅੱਜ ਦੇ ਦਿਨ ਦੇ ਵਿੱਚ ਹੁਣ ਜਦੋਂ ਜ਼ਿੰਦਗੀ ਦੀ ਸ਼ਾਮ ਹੈ ਨੌਕਰੀ ਦੇ ਨਜ਼ਰੀਓਂ ਤੇ ਕਿਧਰੇ ਇਤਿਹਾਸ ਬਣਨ ਦੀ ਵੀ ਵਾਰੀ ਆਈ ਜਾਂਦੀ ਹੈ। ਚਲੋ ਅਸੀਂ ਨਹੀਂ ਇਸ ਗੱਲ ਨੂੰ ਕਹਿ ਰਹੇ ਵੀ ਬਣੋ ਜਾਂ ਨਹੀਂ, ਉਹਨਾਂ ਦਾ ਆਪਣਾ ਇਹ ਮੰਨਣਾ ਹੈ ਜਾਂ ਜੋ ਵੀ ਹੈ। ਪਰ ਮਨਪ੍ਰੀਤ ਜੀ, ਸਿਮਰਨਜੀਤ ਸਿੰਘ ਮਾਨ, ਮੈਂ ਕੱਲ ਉਹ ਪ੍ਰੈਸ ਕਾਨਫਰੰਸ ਨੇ ਮੈਨੂੰ ਫੜ ਕੇ ਬਿਠਾ ਲਿਆ। ਮੈਂ ਪਹਿਲੀ ਵਾਰੀ ਨਹੀਂ, ਇਸ ਤੋਂ ਪਹਿਲਾਂ ਵੀ ਸਿਮਰਨਜੀਤ ਸਿੰਘ ਮਾਨ ਤੇ ਬਹੁਤ ਮੌਕਿਆਂ ਤੇ ਬੜੇ ਰੈਲੇਵੈਂਟ ਗੱਲਾਂ ਵੀ ਨੇ ਔਰ ਰੈਲੇਵੈਂਟ ਨਾਲੋਂ ਬਹੁਤ ਵਾਰੀ ਇਰਰੈਲੇਵੈਂਟ ਵੀ ਉਹਨਾਂ ਦੀਆਂ ਹੈਗੀਆਂ, ਪਰ ਚਲੋ ਆਪਾਂ ਰੈਲੇਵੈਂਟ ਦੇ ਉੱਤੇ ਚੱਲਦੇ ਹਾਂ। ਉਹ ਸਾਨੂੰ ਬੜਾ ਸ਼ੀਸ਼ਾ ਵਿਖਾ ਗਏ, ਉਹ ਪ੍ਰੈਸ ਨੂੰ ਸਿੱਧੇ ਹੋ ਗਏ, ਉਹ ਕਹਿੰਦੇ ਯਾਰ ਤਿਆਰੀ ਕਰਕੇ ਆਇਆ ਕਰੋ। ਉਹ ਰਾਹੁਲ ਗਾਂਧੀ ਬਾਰੇ ਪੁੱਛੇ ਸਵਾਲ ਦੀ
ਜਿੱਦਾਂ ਆਮ ਤੌਰ ਤੇ ਸਾਡੀ ਆਦਤ ਹੁੰਦੀ, ਸਾਨੂੰ ਪਤਾ ਹੁੰਦਾ ਵੀ ਇੱਥੇ ਇੱਕ ਬੰਦੇ ਨੇ ਭੜਕ ਕੇ ਕਹਿਣਾ ਕਿ ਇੱਥੇ ਕੀ ਕਰਦਾ, ਇਹਦੀ ਦਾਦੀ ਨੇ ਤੇ ਦਰਬਾਰ ਸਾਹਿਬ ਤੇ ਹਮਲਾ ਕਰਾਤਾ ਸੀ, ਫੌਜ ਚੜਾਤੀ ਸੀ। ਮੈਨੂੰ ਸਿਮਰਨਜੀਤ ਸਿੰਘ ਮਾਨ ਦੀ ਉਹ ਗੱਲਬਾਤ ਬੜੀ ਅਹਿਮ ਲੱਗੀ, ਜਿਹਦੇ ਵਿੱਚ ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਰਾਹੁਲ ਗਾਂਧੀ ਦਾ ਕੋਈ ਕਸੂਰ ਆ, ਇਹਦੇ ਪੁਰਖਿਆਂ ਦੀ ਸਜ਼ਾ ਇਹਨੂੰ ਕਿਉਂ ਮਿਲੇ, ਮੈਨੂੰ ਲੱਗਦਾ ਇੰਜ ਹੀ ਕਹਿ ਰਿਹਾ। ਦੂਜੇ ਬੰਨੇ ਉਹ ਵੱਡੀ ਵਿਰੋਧੀ ਧਿਰ ਹੋਣ ਦੇ ਅਰਥ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਸਿਮਰਨਜੀਤ ਸਿੰਘ ਮਾਨ ਚਾਹ ਰਹੇ ਸੀ ਕਿ ਮੇਰੇ ਨਾਲ ਸੀਰੀਅਸ ਗੱਲਾਂ ਕਰੇ ਪ੍ਰੈਸ, ਵੱਡੇ ਮੁੱਦਿਆਂ ਤੇ ਬਹੁਤ ਇਨ ਡੈਪਥ ਕਿਤੇ ਜਾਈਏ, ਇੰਟੈਂਸ ਗੱਲਬਾਤ ਦੇ ਵਿੱਚ ਹੋਈਏ, ਪਰ ਮੈਨੂੰ ਲੱਗਦਾ ਉਹਨਾਂ ਦੀ ਹਸਰਤ ਪੂਰੀ ਨਹੀਂ ਹੋਈ। ਕੀ ਕਹਿੰਦੇ ਹੋ ਮਨਪ੍ਰੀਤ ਜੀ? ਰੰਧਾਵਾ ਜੀ, ਦੋ ਲੀਡਰ ਨੇ ਪਿਛਲੇ ਦਿਨਾਂ ਦੇ ਵਿੱਚ, ਔਰ ਕੱਲ ਸਾਨੂੰ ਇਹੀ ਗੱਲ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਔਰ MP ਸੰਗਰੂਰ ਤੋਂ ਮੈਂਬਰ ਪਾਰਲੀਮੈਂਟ, ਉਹਨਾਂ ਦੀ ਗੱਲ ਦੇ ਵਿੱਚ ਨਜ਼ਰ ਆਈ ਆ, ਤੇ ਇੱਕ ਰਾਹੁਲ ਗਾਂਧੀ ਦੀ ਗੱਲ ਦੇ ਵਿੱਚ ਲਗਾਤਾਰ ਨਜ਼ਰ ਆ ਰਹੀ ਆ। ਦੋਨੇ ਲੀਡਰ ਮੀਡੀਆ ਨੂੰ ਸ਼ੀਸ਼ਾ ਦਿਖਾ ਰਹੇ ਨੇ ਅੱਜ ਕੱਲ੍ਹ, ਔਰ ਦਿਖਾਉਣਾ ਬਣਦਾ ਵੀ ਆ। ਪਰ ਸਭ ਤੋਂ ਪਹਿਲਾਂ ਅਸੀਂ ਸਿਮਰਨਜੀਤ ਸਿੰਘ ਮਾਨ ਤੇ ਚੱਲਾਂਗੇ। ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਪੁੱਛਿਆ ਗਿਆ ਕਿਸੇ ਪੱਤਰਕਾਰ ਵੱਲੋਂ ਕਿ ਦੇਖੋ ਜੀ ਰਾਹੁਲ ਗਾਂਧੀ ਆ ਗਏ ਆ ਤੇ ਉਹਨਾਂ ਨੇ ਜਾ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਮਤਲਬ ਤਾਂ ਉਹਨਾਂ ਦਾ ਕਹਿਣਾ ਸੀ, ਉਹਨਾਂ ਦਾ ਮਤਲਬ ਇਹ ਬਣਦਾ ਸੀ ਕਿ ਸ਼ਾਇਦ ਪ੍ਰਵੋਕ ਹੋਣਗੇ, ਭੜਕਣਗੇ, ਕੋਈ ਗੱਲ ਕਹਿਣਗੇ, ਤੇ ਕਹਿੰਦੇ ਫਿਰ ਕੀ ਹੋਇਆ ਜੀ, ਮੱਥਾ ਟੇਕਿਆ ਤਾਂ ਵਧੀਆ ਕੀਤਾ ਉਹਨਾਂ ਨੇ। ਨਹੀਂ ਕਹਿੰਦੇ ਜੀ ਉਹ ਦੇਖੋ ਜੀ, ਤੁਸੀਂ ਪਤਾ ਹੀ ਹੈ ਕਾਂਗਰਸ ਦਾ। ਉਹ ਕਹਿੰਦੇ ਮੈਨੂੰ ਇਹ ਤਾਂ ਦੱਸੋ ਪਹਿਲਾਂ, ਇਹ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਪੱਤਰਕਾਰਾਂ ਨੂੰ, ਕਹਿੰਦੇ ਇਹ ਤਾਂ ਦੱਸੋ ਕਿ ਰਾਹੁਲ ਗਾਂਧੀ ਤੇ ਦੋਸ਼ ਕੀ ਆ। ਚੁੱਪ ਕਰ ਗਏ ਪੱਤਰਕਾਰ। ਤੀਸਰੀ ਗੱਲ ਉਹਨਾਂ ਨੇ ਪੁੱਛੀ ਆ, ਉਹ ਕਹਿੰਦੇ ਜੀ ਕਿ ਰਾਹੁਲ ਗਾਂਧੀ ਕਿਸੇ ਤਰ੍ਹਾਂ ਦੀ ਇੱਕ ਵਿਰੋਧੀ ਧਿਰ ਵਜੋਂ ਉੱਭਰ ਰਹੇ ਨੇ, ਔਰ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉੱਭਰ ਰਹੇ ਨੇ, ਤੇ ਕਹਿੰਦੇ ਇਹ ਚ ਮਾੜੀ ਕੀ ਗੱਲ ਆ, ਸਾਡੇ ਤੇ BJP ਚੜੀ ਆਉਂਦੀ ਆ, ਯਾਨੀ ਕਿ BJP ਨੇ ਸਾਨੂੰ ਬਿਲਕੁਲ ਓਵਰਪਾਵਰ ਕਰ ਲਿਆ। ਤੁਸੀਂ ਦੇਖੋ ਕਹਿੰਦੇ ਮਿਨੋਰਿਟੀਜ਼ ਦਾ ਕੀ ਹਾਲ ਆ। ਫਿਰ ਉਹਨਾਂ ਨੇ ਬੰਦੀ ਸਿੰਘਾਂ ਦੀ ਐਗਜ਼ਾਮਪਲ ਵੀ ਦਿੱਤੀ, ਹੋਰ ਵੀ ਬਹੁਤ ਸਾਰੇ ਪੰਜਾਬ ਦੇ ਜਿਹੜੇ ਨਾਲ ਰਿਲੇਟਡ ਮਸਲੇ, ਉਹਨਾਂ ਦੀ ਵੀ ਐਗਜ਼ਾਮਪਲ ਦਿੱਤੀ। ਕਹਿੰਦੇ ਸਾਡਾ ਤਾਂ ਇਹਦੇ ਨਾਲ ਕੁਝ ਹੁੰਦਾ ਨਹੀਂ। ਸੋ ਜੇ ਕੋਈ ਆਪੋਜੀਸ਼ਨ ਲੀਡਰ ਇਹਨਾਂ ਸਾਰੇ ਮਸਲਿਆਂ ਨੂੰ ਚੱਕ ਰਿਹਾ, ਮਹਿੰਗਾਈ ਦੀ ਗੱਲ ਕਰ ਰਿਹਾ, ਬੇਰੁਜ਼ਗਾਰੀ ਦੀ ਗੱਲ ਕਰ ਰਿਹਾ, ਨਫ਼ਰਤ ਦੀ ਗੱਲ ਕਰ ਰਿਹਾ, ਜਾਂ ਕਿਸੇ ਤਰ੍ਹਾਂ ਦੀ ਹਿੰਸਾ ਦੀ ਗੱਲ ਕਰ ਰਿਹਾ, ਤੇ ਇਹ ਚ ਮਾੜੀ ਕੀ ਗੱਲ ਆ। ਇਸੇ ਤਰ੍ਹਾਂ ਚੀਜ਼ਾਂ ਨੂੰ ਲੈ ਕੇ ਅੱਗੇ ਵਧੇ, ਔਰ ਉਹਨਾਂ ਨੇ ਪੂਰਾ ਡਿਫੈਂਡ ਕੀਤਾ, ਔਰ ਪੱਤਰਕਾਰ ਬਿਲਕੁਲ ਚੁੱਪ, ਕਿਉਂਕਿ ਤਿਆਰੀ ਨਹੀਂ ਕਰਕੇ ਆਏ। ਫਿਰ ਉਹਨਾਂ ਨੇ ਕਿਹਾ ਜੀ ਕੋਈ ਹੋਰ ਸਵਾਲ ਪੁੱਛ ਲਓ। ਜਦੋਂ ਕੋਈ ਹੋਰ ਸਵਾਲ ਨਹੀਂ ਪੁੱਛਿਆ ਤੇ ਫਿਰ ਇਹ ਕਹਿਣ ਲੱਗੇ ਕਿ ਤੁਸੀਂ ਬੰਦੀ ਸਿੰਘਾਂ ਦੇ ਖਿਲਾਫ ਜੀ, ਉਹਨਾਂ ਦੇ ਹੱਕ ਦੇ ਵਿੱਚ ਲੈਟਰ ਕਦੋਂ ਲਿਖਣੀ ਆ, ਕਦੋਂ ਲਿਖੀ ਸੀ। ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਮੈਂ ਤਾਂ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾ ਚੁੱਕਾ, ਤੁਸੀਂ ਜਾ ਕੇ ਮੇਰੀ ਸਪੀਚ ਸੁਣੋ। ਰੰਧਾਵਾ ਜੀ ਅਖੀਰ ਤੇ ਜਦੋਂ ਕਹਿੰਦੇ ਕੈਮਰੇ ਬੰਦ ਕਰ ਲਓ, ਗੱਲਬਾਤ ਖਤਮ ਹੋ ਗਈ, ਤੇ ਸਿਮਰਨਜੀਤ ਸਿੰਘ ਮਾਨ ਬਹੁਤ ਡਿਸਅਪੁਆਇੰਟਡ ਲੱਗੇ, ਨਿਰਾਸ਼ ਲੱਗੇ। ਉਹ ਕਹਿੰਦੇ ਕੋਈ ਚੱਜ ਦਾ ਸਵਾਲ ਤਾਂ ਪੁੱਛ ਲਿਆ ਕਰੋ, ਘੱਟੋ ਘੱਟ ਕੋਈ ਪੜ੍ਹ ਲਿਖ ਕੇ ਆਇਆ ਕਰੋ, ਕੋਈ ਤਿਆਰੀ ਕਰ ਲਿਆ ਕਰੋ। ਇਹ ਆਪਣੇ ਆਪ ਦੇ ਵਿੱਚ ਸ਼ੀਸ਼ਾ ਦਿਖਾਉਣ ਵਾਲੀ ਮੀਡੀਆ ਨੂੰ ਗੱਲ ਆ, ਕਿਉਂਕਿ ਮੀਡੀਆ ਨਾ ਪੜ੍ਹਦਾ ਲਿਖਦਾ, ਜ਼ਿਆਦਾਤਰ ਦੀ ਮੈਂ ਗੱਲ ਕਰਦਾ, ਬਹੁਤ ਸਾਰੇ ਲੋਕ ਨੇ, ਵਿਦਵਾਨ ਨੇ ਮੀਡੀਆ ਦੇ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਪਰ ਨਾਲ ਦੀ ਨਾਲ ਜਦੋਂ ਇਹ ਰਿਪੋਰਟਰ ਫੀਲਡ ਤੇ ਜਾਂਦੇ ਨੇ, ਬੜੇ ਅਜੀਬ ਕਿਸਮ ਦੇ ਸਵਾਲ ਪੁੱਛਦੇ ਨੇ। ਜਿਨ੍ਹਾਂ ਨੂੰ ਸਵਾਲ ਪੁੱਛਦੇ ਨੇ ਕਈ ਵਾਰੀ ਉਹਨਾਂ ਨੂੰ ਵੀ ਲੱਗਦਾ ਵੀ ਇਹ ਕਿੱਥੋਂ ਦਾ ਮੀਡੀਆ। ਰਾਹੁਲ ਗਾਂਧੀ ਦੀ ਮੈਂ ਨਾਲ ਹੀ ਗੱਲ ਕਰ ਦਿੰਦਾ। ਰਾਹੁਲ ਗਾਂਧੀ ਦੀਆਂ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਲਓ, ਹੁਣ ਵੈਸੇ 15 ਤਰੀਕ ਨੂੰ ਜਲੰਧਰ ਦੇ ਵਿੱਚ ਵੀ ਆ ਰਹੀ ਆ, ਉਹ ਵੀ ਲਗਾਤਾਰ ਮੀਡੀਆ ਨੂੰ ਕਹਿੰਦੇ ਨੇ, ਕਹਿੰਦੇ ਤੁਸੀਂ ਵੈਸੇ ਇਹ ਮੈਨੂੰ ਸਵਾਲ ਪੁੱਛਦੇ ਹੋ, ਤੁਹਾਡਾ ਕੰਮ ਕੇਵਲ ਏਜੰਡਿਆਂ ਤੇ ਉਤਰਨਾ, ਤੁਸੀਂ ਸਿਰਫ ਸਾਡੇ ਜਿਹੜੇ ਮੇਨ ਇਸ਼ੂਜ਼ ਨੂੰ ਸਕਟਲ ਕਰਦੇ ਹੋ, ਮੋੜ ਦਿੰਦੇ ਹੋ, ਕਿਸੇ ਹੋਰ ਦਿਸ਼ਾ ਵੱਲ ਲੈ ਜਾਂਦੇ ਹੋ, ਤੁਸੀਂ ਕਿਤੇ ਮੁੱਦਿਆਂ ਨੂੰ ਸਹੀ ਢੰਗ ਦੇ ਨਾਲ ਉਠਾਉਂਦੇ ਹੀ ਨਹੀਂ। ਉਹ ਕਹਿੰਦੇ ਤੁਸੀਂ ਮੈਨੂੰ ਠੰਡ ਬਾਰੇ ਪੁੱਛਦੇ ਹੋ ਕਿ ਮੈਂ ਟੀ-ਸ਼ਰਟ ਪਾਈ ਹੋਈ ਆ, ਕਦੇ ਕਦੇ ਕਿਸਾਨ ਨੂੰ ਪੁੱਛਿਆ ਕਿ ਉਹਨੂੰ ਕਿੰਨੀ ਕੁ ਠੰਡ ਲੱਗਦੀ ਹੈ? ਕਿਸਾਨ ਦੇ ਬੱਚੇ ਜਾਂ ਜਿਹੜੇ ਗਰੀਬਾਂ ਦੇ ਬੱਚੇ ਆ, ਜਿਹੜੇ ਨੰਗੇ ਪੈਰੀ ਫਿਰਦੇ ਆ, ਕਦੇ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਿੰਨੀ ਕੁ ਠੰਡ ਲੱਗਦੀ ਹੈ? ਇਹ ਤੁਹਾਡੇ ਬੜੇ ਬੇਕਾਰ ਦੇ ਕਹਿੰਦੇ ਸਵਾਲ ਆ। ਇੱਥੋਂ ਪਤਾ ਲੱਗਦਾ ਕਿ ਮੀਡੀਆ ਆਪਣੀ ਕਿੰਨੀ ਤਿਆਰੀ ਕਰਦਾ। ਤਾਂ ਹੀ ਤਾਂ ਰੰਧਾਵਾ ਜੀ ਅਸੀਂ 150ਵੇਂ ਨੰਬਰ ਤੇ ਪਹੁੰਚ ਗਏ ਹਾਂ। ਸੋ ਇਸੇ ਕਰਕੇ ਰੰਧਾਵਾ ਜੀ ਇਹ ਸਾਰੇ ਹੁਣ ਸਵਾਲ ਉੱਠ ਰਹੇ ਨੇ, ਤੇ ਮੀਡੀਆ ਨੂੰ ਅੰਦਰ ਆਪਣੇ ਝਾਤੀ ਮਾਰਨ ਦੀ ਲੋੜ ਆ। ਚੰਗੀ ਗੱਲ ਆ, ਚਾਹੇ ਉਹ ਸਿਮਰਨਜੀਤ ਸਿੰਘ ਮਾਨ ਸ਼ੀਸ਼ਾ ਦਿਖਾ ਰਹੇ ਹੋਣ ਤੇ ਚਾਹੇ ਰਾਹੁਲ ਗਾਂਧੀ ਦਿਖਾ ਰਹੇ ਹੋਣ। ਜੀ ਰੰਧਾਵਾ ਜੀ, ਰਾਹੁਲ ਗਾਂਧੀ ਜਦੋਂ ਕੱਲ ਅੰਮ੍ਰਿਤਸਰ ਦੇ ਵਿੱਚ ਸੀਗੇ ਤਾਂ ਉਸ ਵੇਲੇ ਕਾਂਗਰਸ ਦੀ ਅੰਦਰਲੀ ਪੋਲਿਟਿਕਸ ਦਾ ਇੱਕ ਚਿਹਰਾ ਵੀ ਦਿਸਿਆ। ਓਪੀ ਸੋਨੀ ਸਾਬਕਾ ਡਿਪਟੀ CM ਉਸ ਮੌਕੇ ਤੇ ਹਾਜ਼ਰ ਨਹੀਂ ਸੀ। ਹੁਣ ਚਲੋ ਜੋ ਮਰਜ਼ੀ ਕਿਹਾ ਜਾਵੇ, ਕਿਤੇ ਬਿਜ਼ੀ ਸੀ, ਉਹਨਾਂ ਦੀ ਡਿਊਟੀ ਲੱਗੀ ਸੀ। ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਮਾਝੇ ਦੇ ਇਸ ਖਿੱਤੇ ਦੇ ਇੱਕ ਵੱਡੇ ਆਗੂ ਆ, ਉਹ ਵੀ ਮੌਕੇ ਤੇ ਨਹੀਂ ਸੀ। ਸੁਖਜਿੰਦਰ ਰੰਧਾਵਾ ਭਾਵੇਂ ਰਾਜਸਥਾਨ ਚ ਹੋਣ ਤੇ ਭਾਵੇਂ ਕਿਤੇ ਹਲਕੇ ਚ ਹੋਣ, ਵੱਖਰੀ ਗੱਲ ਆ, ਪਰ ਅਮੂਮਨ ਮੰਨਿਆ ਜਾਂਦਾ ਹੈ ਕਿ ਏਡੇ ਵੱਡੇ ਆਗੂ ਦੇ ਪਹੁੰਚਣ ਤੇ ਉਹਨਾਂ ਦਾ ਹੋਣਾ ਬਣਦਾ ਸੀ। ਉਹ ਵੀ ਨਦਾਰਦ ਰਹੇ, ਇਹ ਮੰਨਿਆ ਗਿਆ। ਹੋ ਸਕਦਾ ਕਿਸੇ ਨੁੱਕਰ ਨਾਕਰ ਚ ਹੋਣ, ਸਾਡੀ ਨਜ਼ਰ ਨਾ ਚੜੇ ਹੋਣ,
ਪਰ ਇਹ ਤਿੰਨ ਵੱਡੇ ਆਗੂ, ਮਾਝੇ ਦੇ ਆਗੂ ਔਰ ਮਾਝੇ ਦੇ ਸਭ ਤੋਂ ਵੱਡੇ ਆਗੂ, ਜੇ ਇਹ ਨਹੀਂ ਸੀ, ਇਹਦੇ ਕੀ ਅਰਥ ਲੈਣ ਲੋਕ ਇਹ ਵੀ ਸੋਚ ਰਹੇ ਆ। ਇਹਦੇ ਉੱਤੇ ਵੀ ਗੱਲ ਹੋ ਰਹੀ ਪੰਜਾਬ ਪੋਲਿਟਿਕਸ ਦੀ। ਰਾਹੁਲ ਗਾਂਧੀ ਨੈਸ਼ਨਲ ਲੈਵਲ ਤੇ ਕੀ ਕਰਦੇ ਆ, ਪੰਜਾਬ ਤੇ ਉਹਨਾਂ ਦਾ ਕੋਈ ਅਸਰ ਹੁੰਦਾ ਵੀ ਨਹੀਂ, ਇਹ ਵੱਖਰੀਆਂ ਗੱਲਾਂ ਨੇ। ਸਾਡੇ ਪੰਜਾਬੀ ਕਿਸੇ ਹੋਰ ਤਰੀਕੇ ਨਾਲ, ਕਿਸੇ ਹੋਰ ਧਾਰਾ 'ਚ ਸੋਚਦੇ ਆ, ਉਹ ਅਲੱਗ ਚੀਜ਼ਾਂ ਨੇ। ਭਾਸਕਰ ਸਾਹਿਬ, ਅਗਲੀ ਗੱਲ ਆਪਾਂ ਬਹੁਤ ਅਹਿਮ ਕਰਨੀ ਆ ਕਿ ਟੋਲ ਪਲਾਜ਼ੇ ਰੋਕਣੇ ਸੌਖੇ ਨੇ, ਸਾਰਾ ਕੁਝ, ਪਰ ਟੋਲ ਪਲਾਜ਼ਿਆਂ ਦੀ ਜਿਹੜੀ ਨਹਾਈ ਹੈ, ਨੈਸ਼ਨਲ ਹਾਈਵੇ ਅਥਾਰਟੀ, ਉਹਨੇ ਜਾ ਕੇ ਕੋਰਟ ਦਾ ਦਰਵਾਜ਼ਾ, ਹਾਈ ਕੋਰਟ ਦਾ ਖੜਕਾ ਦਿੱਤਾ ਵੀ ਸਾਡੀ ਭਰਪਾਈ ਲਗਭਗ 1.5-2 ਕਰੋੜ ਰੋਜ਼ ਦੀ ਕੌਣ ਕਰੂਗਾ। ਮੈਨੂੰ ਲੱਗਦਾ ਕੋਰਟਾਂ ਦਾ ਫੈਸਲਾ ਅਕਸਰ ਆ ਹੀ ਜਾਂਦਾ ਹੁੰਦਾ, ਸਰਕਾਰਾਂ ਦੇ ਖਿਲਾਫ ਹੀ ਆਉਂਦਾ ਹੈ ਇਹੋ ਜਿਹੇ ਮਾਮਲਿਆਂ 'ਚ, ਕਿਉਂਕਿ ਇਹ ਮਾਮਲੇ ਸੈਂਸਿਟਿਵ ਮੰਨੇ ਜਾਂਦੇ ਆ। ਤੇ ਜੇ ਖਿਲਾਫ ਆ ਗਿਆ, ਅਸੀਂ ਨਹੀਂ ਕਹਿੰਦੇ ਆਊਗਾ, ਫਿਰ ਇਹ ਲੋਕਾਂ ਦੀ ਜੇਬ ਤੇ ਖੋਰ ਬੋਝ ਆ। ਜਿੱਥੇ ਤੱਕ NHAI ਦੀ ਗੱਲ ਹੈਗੀ, ਉਸ ਤੋਂ ਪਹਿਲੇ ਰਾਹੁਲ ਗਾਂਧੀ ਦੀ ਗੱਲ ਜਿਹੜੀ ਤੁਸੀਂ ਕੀਤੀ ਸੀ, ਉਹਦੇ ਵਿੱਚ ਮੈਂ 2 ਸ਼ਬਦ ਜ਼ਰੂਰ ਕਹਿਣਾ ਚਾਹਾਂਗਾ। ਬਿਲਕੁਲ ਠੀਕ ਕਹਿ ਰਹੇ ਹੋ ਕਿ ਜਦ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਰਾਹੁਲ ਗਾਂਧੀ ਉਹਨਾਂ ਪਹੁੰਚਦੇ ਨੇ ਤੇ ਉੱਥੇ ਇਹ 3 ਵੱਡੇ ਲੀਡਰ ਐਬਸੈਂਟ ਹੁੰਦੇ ਨੇ। ਹਾਲਾਂਕਿ ਉੱਥੇ ਦੇ MP ਔਜਲਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਵੀ ਇਹ ਕਿਉਂਕਿ ਜਲਦੀ 'ਚ ਰੱਖਿਆ ਹੋਇਆ ਪ੍ਰੋਗਰਾਮ ਸੀ ਔਰ ਉਹਨਾਂ ਦੀ ਡਿਊਟੀਆਂ ਕਿਸੇ ਹੋਰ ਜਗ੍ਹਾ ਤੇ ਲੱਗੀ ਹੋਈ ਸੀ, ਇਸ ਕਰਕੇ ਉਹ ਆ ਨਹੀਂ ਪਾਏ। ਪਰ ਉੱਥੇ ਯਾਨੀ ਜਦ ਕੱਲ ਰਾਹੁਲ ਗਾਂਧੀ ਉਹਨਾਂ ਫਤਿਹਗੜ੍ਹ ਸਾਹਿਬ ਪਹੁੰਚਦੇ ਨੇ, ਉੱਥੇ ਵੀ ਇੱਕ ਝਗੜਾ ਔਰ ਕਾਂਗਰਸ ਦੇ ਵਿੱਚ ਇੱਕ ਫ੍ਰਿਕਸ਼ਨ ਨਜ਼ਰ ਆਉਂਦਾ ਹੈ। ਉਹਦਾ ਕਾਰਨ ਚੰਨੀ ਹੋਣਾ, ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਡਾਕਟਰ ਮਨੋਹਰ ਸਿੰਘ ਨਾਲ ਉੱਥੇ ਪਹੁੰਚਦੇ ਨੇ ਤੇ ਉੱਥੇ ਅੱਗੇ ਟੱਕਰ ਜਾਂਦੇ ਨੇ ਗੁਰਪ੍ਰੀਤ ਸਿੰਘ GP। ਯਾਦ ਹੋਏਗਾ ਤੁਹਾਨੂੰ, ਗੁਰਪ੍ਰੀਤ ਸਿੰਘ GP ਉਹਨਾਂ ਦੇ ਖਿਲਾਫ ਚੰਨੀ ਉਹਨਾਂ ਦੇ ਭਰਾ ਨੇ ਇਲੈਕਸ਼ਨ ਲੜਿਆ ਸੀਗਾ ਤੇ ਉੱਥੇ ਜੋ ਤੂੰ ਮੈਂ ਹੁੰਦੀ ਹੈ ਕਿ ਵੀ ਤੁਸੀਂ ਇਹਨੂੰ ਲੈ ਕੇ ਕਿੱਦਾਂ ਆਏ, ਇਹ ਤੇ ਪਾਰਟੀ ਦਾ ਮੈਂਬਰ ਵੀ ਨਹੀਂ ਹੈਗਾ। ਔਰ ਉੱਥੇ ਦੁੱਲੋ ਸਾਹਿਬ ਵੀ ਖੜੇ ਹੁੰਦੇ ਨੇ ਤੇ ਦੁੱਲੋ ਸਾਹਿਬ ਵੀ ਇਹ ਕਹਿੰਦੇ ਹੋਏ ਸੁਣੇ ਜਾਂਦੇ ਨੇ ਕਿ ਵੀ ਕਾਂਗਰਸ ਦਾ ਕੁਝ ਨਹੀਂ ਬਣ ਸਕਦਾ, ਕਾਂਗਰਸ ਦੇ ਵਿੱਚ ਯੂਨਿਟੀ ਕਰਨਾ ਆਪਣੇ ਆਪ ਵਿੱਚ ਬੜੀ ਵੱਡੀ ਟੇਢੀ ਖੀਰ ਹੈਗੀ ਹੈ, ਬਹੁਤ ਮੁਸ਼ਕਿਲ ਹੈਗੀ ਹੈ। ਇਹ ਤੇ ਹਜੇ ਆਗਾਜ਼ ਹੈ। ਔਰ ਰਾਹੁਲ ਗਾਂਧੀ ਉਹਨਾਂ ਵੀ ਜਦੋਂ ਪੰਜਾਬ ਐਂਟਰ ਕਰਦੇ ਨੇ ਕੱਲ ਸ਼ਾਮ ਨੂੰ, ਦੋਲੋ ਸਾਹਿਬ ਦੇ ਵੀ ਪਰਿਵਾਰ ਦੇ ਅੱਧੇ ਜੀ ਕਿਤੇ ਹੋਰ ਹੀ ਤੁਰੇ ਫਿਰਦੇ ਹੁੰਦੇ ਸੀ, ਘਰ 'ਚ ਵੀ ਯੂਨਿਟੀ ਕਰਨੀ ਔਖੀ ਹੁੰਦੀ ਦੋਲੋ ਸਾਹਿਬ ਕਿ ਨਹੀਂ ਜੀ? ਬਿਲਕੁਲ ਬਿਲਕੁਲ। ਔਰ ਵੈਨਿਟੀ ਤੋਂ ਬਾਹਰ ਰਾਹੁਲ ਗਾਂਧੀ ਮੇਰੇ ਖਿਆਲ 15-20 ਮਿੰਟ ਉਹਨਾਂ ਨੇ ਕੁਝ 2-4 ਲੀਡਰਾਂ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਉਹ ਵੈਨਿਟੀ ਜਿਹੜੀ ਵੱਡੇ ਬੜਾ ਸ਼ਾਨਦਾਰ ਉਹ ਸਿਸਟਮ ਹੈਗਾ, ਉਹਦੇ ਅੰਦਰ ਵੜ ਗਏ ਤੇ ਕਹਿੰਦੇ ਵੀ ਹੁਣ ਕੱਲ ਸਵੇਰੇ ਮਿਲਾਂਗੇ। ਔਰ 6 ਵਜੇ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ 1 ਘੰਟਾ ਡਿਲੇ ਜ਼ਰੂਰ ਕਰਤਾ, ਪਰ ਕਹਿੰਦੇ ਆ 7 ਵਜੇ ਉਹ ਫਤਿਹਗੜ੍ਹ ਸਾਹਿਬ ਗੁਰਦੁਆਰਾ ਮੱਥਾ ਟੇਕਣ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਯਾਤਰਾ ਸ਼ੁਰੂ ਹੋ ਗਈ ਹੋਏਗੀ। ਇਹਦੀ ਹਜੇ ਪੂਰੀ ਜਾਣਕਾਰੀ ਤੇ ਨਹੀਂ ਲਿੱਤੀ, ਪਰ ਕਾਂਗਰਸ ਦੇ ਵਿੱਚ ਡਿਵੀਜ਼ਨ ਹੈਗਾ, ਇਹਦਾ ਆਗਾਜ਼ ਤੇ ਰਾਹੁਲ ਗਾਂਧੀ ਉਹਨਾਂ ਦੀ ਐਂਟਰੀ ਤੋਂ ਹੀ ਹੋ ਗਿਆ। ਦੂਜੀ ਗੱਲ, ਨੈਸ਼ਨਲ ਹਾਈਵੇ ਅਥਾਰਟੀ ਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰ ਰਵੀ ਚਾਵਲਾ ਉਹਨਾਂ ਨੇ ਇੱਕ ਚਿੱਠੀ ਲਿਖੀ ਸੀਗੀ ਸਕੱਤਰ ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦੇ ਕਿ ਵੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ 13 ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਨੇ ਨਾਕਾ ਲਾਇਆ ਹੋਇਆ ਪਿਛਲੇ ਕਈ ਦਿਨਾਂ ਤੋਂ, 1,33,00,000 ਰੁਪਏ ਦਾ ਪ੍ਰਤੀ ਦਿਨ ਨੁਕਸਾਨ ਹੋ ਰਿਹਾ ਹੈ। ਇਹ ਨੁਕਸਾਨ ਦੀ ਕੌਣ ਭਰਪਾਈ ਕਰੇਗਾ? ਹਾਲਾਂਕਿ ਜਿਹੜਾ ਐਗਰੀਮੈਂਟ ਸੂਬੇ ਦੀ ਸਰਕਾਰ ਨਾਲ ਨੈਸ਼ਨਲ ਹਾਈਵੇ ਅਥਾਰਟੀ ਦਾ ਹੋਇਆ ਹੈ, ਉਹਨਾਂ ਦਾ ਐਗਰੀਮੈਂਟ ਇਹ ਵੇ ਕਿ ਲਾਅ ਐਂਡ ਆਰਡਰ ਔਰ ਇਹਨਾਂ ਟੋਲ ਪਲਾਜ਼ਾ ਦੇ ਵਿੱਚ ਸਿਕਿਉਰਿਟੀ ਦੀ ਵਿਵਸਥਾ ਕਰਨਾ ਸੂਬੇ ਦਾ ਕੰਮ ਹੁੰਦਾ ਹੈ। ਹੁਣ ਇਹ ਗੱਲ ਹਾਈ ਕੋਰਟ ਪਹੁੰਚ ਗਈ ਹੈ। ਹਾਈ ਕੋਰਟ ਨੇ ਨੋਟਿਸ ਜਾਰੀ ਕਰਤੇ ਨੇ ਪੰਜਾਬ ਸਰਕਾਰ ਨੂੰ ਵੀ, ਔਰ ਅੱਗੇ ਚੱਲ ਕੇ ਇਸ ਮੁੱਦੇ ਤੇ ਕੋਈ ਪੰਜਾਬ ਸਰਕਾਰ ਦੇ ਉੱਤੇ ਫੈਸਲਾ ਆਉਂਦਾ ਹੈ, ਯਾਨੀ ਕੋਈ ਕੰਪਨਸੇਸ਼ਨ ਹਾਈ ਕੋਰਟ ਅਨਾਉਂਸ ਕਰਦਾ ਹੈ, ਮੈਨੂੰ ਇਹ ਲੱਗਦਾ ਹੈ ਕਿ ਵੀ ਧਰਨੇ ਪ੍ਰਦਰਸ਼ਨ ਤੋਂ ਉੱਤੇ ਪੰਜਾਬ ਦੇ ਲੋਕ, ਪੰਜਾਬ ਦੀ ਸਰਕਾਰ ਅੱਗੇ ਹੀ ਪਰੇਸ਼ਾਨ ਹੈ, ਉਤੋਂ ਪੈਸੇ ਹੋਰ ਦੇਣੇ ਪੈਣੇ ਜੀ। ਅਗਲੇ ਸੈਗਮੈਂਟ 'ਚ ਦਿੱਲੀ ਨਾਲ ਜੁੜੇ ਮਾਮਲੇ ਤੇ ਜ਼ਰੂਰ ਗੱਲ ਕਰਾਂਗੇ। ਸਮੇਂ ਦੀ ਸੀਮਾ ਕਿੱਲਤ ਹੋ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਔਰ ਸਾਰਿਆਂ ਦੀ ਨਜ਼ਰ ਬਣੀ ਰਹੂਗੀ ਦਿਨ ਦੇ ਘਟਨਾਕ੍ਰਮ ਤੇ ਕਿ ਮੁੱਖ ਮੰਤਰੀ ਔਰ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਜਿਹੜਾ ਇੱਕ ਟਕਰਾਅ, ਇੱਕ ਖੜੋਤ, ਇੱਕ ਜਮੂਦ ਹੈ, ਇਹ ਕਦੋਂ ਟੁੱਟਦਾ ਹੈ। ਇਹ ਸਾਰੀਆਂ ਗੱਲਾਂ ਤੇ ਆਪਾਂ ਅੱਗੇ ਵਧਾਂਗੇ। ਬਹੁਤ ਮਿਹਰਬਾਨੀ। ਧੰਨਵਾਦ ਜੀ। ਸ਼ੁਕਰੀਆ ਰੰਧਾਵਾ ਜੀ।